ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਮੈਂ ਹਰਸ਼ਰਨ ਕੌਰ। ਅੱਜ 14 ਜਨਵਰੀ ਹੈ, 1 ਮਾਘ ਹੈ ਯਾਨੀ ਕਿ ਮਾਘੀ ਦਾ ਤਿਉਹਾਰ ਹੈ। ਸੰਗਰਾਂਦ ਵੀ ਹੈ ਕਿਉਂਕਿ ਜਦੋਂ ਦੇਸੀ ਮਹੀਨਾ ਚੜ੍ਹਦਾ ਹੈ ਤਾਂ ਸਿੱਖ ਧਰਮ ਦੇ ਵਿੱਚ ਸੰਗਰਾਂਦ ਮਨਾਈ ਜਾਂਦੀ ਹੈ। ਮਾਘੀ ਦਾ ਦਿਹਾੜਾ ਵੀ ਇਤਿਹਾਸਿਕ ਮਹੱਤਤਾ ਰੱਖਦਾ ਹੈ ਅਤੇ ਕਿਸਾਨਾਂ ਨੇ ਜਿਵੇਂ ਕੱਲ੍ਹ ਲੋਹੜੀ ਵਾਲੇ ਦਿਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਉਣ ਦਾ ਸੱਦਾ ਦਿੱਤਾ ਸੀ ਤੇ ਅੱਜ ਲਈ ਵੀ ਸੱਦਾ ਦਿੱਤਾ ਹੈ ਕਿ ਅੱਜ ਦੇ ਪਵਿੱਤਰ ਦਿਹਾੜੇ ਮੌਕੇ ਹਰ ਧਰਮ ਦੇ ਲੋਕ ਨੇ ਜਿਹੜੇ ਉਹ ਕਿਸਾਨਾਂ ਦੇ ਸੰਘਰਸ਼ ਲਈ ਅਰਦਾਸ ਜ਼ਰੂਰ ਕਰਨ। ਅੱਜ ਸਿੰਘੂ ਬਾਰਡਰ ਤੇ ਵੀ ਸਾਰਾ ਦਿਨ ਕੀਰਤਨ ਸਰਵਣ ਹੀ ਕਰਵਾਇਆ ਜਾਏਗਾ ਤੇ ਨਾਲ ਹੀ ਦੱਸ ਦਈਏ ਕਿ ਸਿੰਘੂ ਬਾਰਡਰ ਤੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਰਜ਼ੀ ਗੁਰਦੁਆਰਾ ਸਾਹਿਬ ਸਥਾਪਿਤ ਕਰਕੇ ਉੱਥੇ ਅਖੰਡ ਪਾਠ ਵੀ ਕੱਲ੍ਹ ਆਰੰਭ ਕੀਤੇ ਗਏ ਨੇ। ਕੱਲ੍ਹ ਦੀ ਗੱਲ ਕਰ ਲਈਏ ਤਾਂ ਕਿਸਾਨਾਂ ਨੇ ਕੇਂਦਰ ਦੇ ਅੜੀਅਲ ਰਵੱਈਏ ਦਾ ਵੱਖਰਾ ਜਵਾਬ ਦਿੰਦਿਆਂ ਹੋਇਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਥਾਂ-ਥਾਂ ਉੱਤੇ ਲੋਹੜੀ ਮਨਾਈ। ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ 1 ਲੱਖ ਕਾਪੀਆਂ ਸਾੜੀਆਂ ਗਈਆਂ। ਪੰਜਾਬ ਦੇ ਵਿੱਚ ਵੀ ਤਿਲਾਂ ਦੀ ਥਾਂ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਥਾਂ-ਥਾਂ ਤੇ ਲੋਕਾਂ ਨੇ ਲੋਹੜੀ ਦਾ ਤਿਉਹਾਰ ਮਨਾਇਆ। ਹਰਿਆਣਾ ਵਿੱਚ ਵੀ ਕਿਸਾਨਾਂ ਨੇ ਕਾਪੀਆਂ ਸਾੜ ਕੇ ਲੋਹੜੀ ਮਨਾਈ। ਸਿਰਫ ਕਿਸਾਨ ਹੀ ਨਹੀਂ, ਕਿਸਾਨਾਂ ਦੀ ਹਮਾਇਤ ਕਰਨ ਵਾਲੇ ਲੋਕਾਂ ਨੇ ਵੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਜਿਵੇਂ ਸਾਲ 2020 ਦਾ ਜਿਹੜਾ ਦੁਸਹਿਰਾ ਸੀ ਉਹ ਵੱਖਰਾ ਹੀ ਸੀ। ਉਸ ਮੌਕੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਗਏ ਸੀ, ਰਾਵਣ ਦੀ ਥਾਂ ਤੇ ਪ੍ਰਧਾਨ ਮੰਤਰੀ ਅੰਬਾਨੀ ਅਡਾਨੀ ਦੇ ਪੁਤਲੇ ਫੂਕੇ ਗਏ ਸੀ ਤੇ ਇਸ ਵਾਰ ਲੋਹੜੀ ਵੀ ਵੱਖਰੀ ਹੋ ਨਿਬੜੀ। ਕਿਸਾਨਾਂ ਦਾ ਹੁਣ ਸਾਰੇ ਤਿਉਹਾਰ ਨੇ ਜਿਹੜੇ ਉਹ ਇਸੇ ਤਰ੍ਹਾਂ ਹੀ ਲੰਘ ਰਹੇ ਨੇ, ਖੇਤੀ ਕਾਨੂੰਨਾਂ ਨੂੰ ਸਮਰਪਿਤ ਹੀ ਲੰਘ ਰਹੇ ਨੇ। ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀਆਂ ਤਸਵੀਰਾਂ ਦਿਖੀਆਂ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਜੈ ਜਵਾਨ ਜੈ ਕਿਸਾਨ, ਸਾਡਾ ਹੱਕ ਇੱਥੇ ਰੱਖ, ਇਹ ਨਾਅਰੇ ਜਿਹੜੇ ਸੁਣਾਈ ਦਿੱਤੇ। ਲੋਹੜੀ ਦਾ ਰਵਾਇਤੀ ਗਾਣਾ ਸੁੰਦਰ ਮੁੰਦਰੀਏ ਹੋ, ਉਸ ਨੂੰ ਵੀ ਵਿਅੰਗਮਈ ਤਰੀਕੇ ਦੇ ਨਾਲ ਗਾਇਆ ਗਿਆ। ਪੰਜਾਬ ਦੇ ਸਾਬਕਾ ਐਮਪੀ ਡਾਕਟਰ ਧਰਮਵੀਰ ਗਾਂਧੀ ਕਹਿੰਦੇ ਨੇ ਕਿ ਮੈਂ ਵੀ ਖਾਲਿਸਤਾਨੀ ਹਾਂ। ਕਿਉਂ ਕਿਹਾ ਉਹਨਾਂ ਨੇ, ਪੂਰੀ ਖਬਰ ਦੱਸਾਂਗੇ। ਹੇਮਾ ਮਾਲਿਨੀ, ਜਿਸ ਸਨੀ ਦਿਓਲ ਨੂੰ ਪੰਜਾਬੀਆਂ ਨੇ ਐਮਪੀ ਬਣਾਇਆ, ਉਹਨਾਂ ਦੀ ਮਾਤਾ ਹੇਮਾ ਮਾਲਿਨੀ ਕਹਿੰਦੀ ਕਿਸਾਨਾਂ ਨੂੰ ਪਤਾ ਹੀ ਨਹੀਂ ਉਹ ਚਾਹੁੰਦੇ ਕੀ ਨੇ, ਉਹ ਤਾਂ ਕਠਪੁਤਲੀ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਵਿੱਚ ਸੀਬੀਆਈ ਨੇ ਪੰਜਾਬ ਪੁਲਿਸ ਨੂੰ ਦਸਤਾਵੇਜ਼ ਨਹੀਂ ਸੌਂਪੇ। ਕੱਲ੍ਹ ਇਹ ਦਸਤਾਵੇਜ਼ਾਂ ਦੀ ਫਾਈਲ ਸੌਂਪੀ ਜਾਣੀ ਸੀ ਪਰ ਸੀਬੀਆਈ ਨੇ ਨਹੀਂ ਸੌਂਪੀ। ਬੇਅਦਬੀ ਮਾਮਲਿਆਂ ਦੀ ਕੱਲ੍ਹ ਮੋਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ GS ਸੇਖੋਂ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਤੇ ਬੀਤੇ ਦਿਨੀ ਸੀਬੀਆਈ ਅਦਾਲਤ ਨੇ ਸੀਬੀਆਈ ਦੇ ਅਧਿਕਾਰੀ ਨੂੰ ਕੇਸ ਫਾਈਲ ਲੈ ਕੇ ਪੇਸ਼ ਹੋਣ ਲਈ ਕਿਹਾ ਸੀ ਪਰ ਜਾਂਚ ਅਧਿਕਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਬੇਅਦਬੀ ਮਾਮਲਿਆਂ ਸੰਬੰਧੀ ਸੀਬੀਆਈ ਦੇ ਜਾਂਚ ਅਧਿਕਾਰੀ ਮਰਹੂਮ ਅਦਾਕਾਰ ਸੁਸ਼ਾਂਤ ਰਾਜਪੂਤ ਕਤਲ ਕੇਸ ਵਿੱਚ ਰੁੱਝੇ ਹੋਣ ਕਰਕੇ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ। ਲਿਹਾਜ਼ਾ ਕੇਸ ਫਾਈਲ ਸਮੇਤ ਹੋਰ ਲੋੜੀਂਦੇ ਦਸਤਾਵੇਜ਼ ਪੰਜਾਬ ਪੁਲਿਸ ਦੇ ਸਪੁਰਦ ਕਰਨ ਲਈ ਏਜੰਸੀ ਨੂੰ 10 ਦਿਨ ਦੀ ਮੋਹਲਤ ਦੇਣ ਦੀ ਮੰਗ ਕੀਤੀ ਗਈ। ਸੀਬੀਆਈ ਦੀ ਇਸ ਦਲੀਲ ਦਾ ਸਖਤ ਵਿਰੋਧ ਕਰਦਿਆਂ ਸੰਯੁਕਤ ਡਾਇਰੈਕਟਰ ਰਾਜੇਸ਼ ਸਲਵਾਨ ਤੇ ਸਰਕਾਰੀ ਵਕੀਲ ਸੰਜੀਤ ਬੱਤਰਾ ਨੇ ਕਿਹਾ ਕਿ ਸੀਬੀਆਈ ਜਾਣਬੁੱਝ ਕੇ ਕੇਸ ਨੂੰ ਲਮਕਾ ਰਹੀ ਹੈ। ਉਹਨਾਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੀ ਬਿਨਾਂ ਕਿਸੇ ਦੇਰੀ ਤੋਂ ਪਾਲਣਾ ਕੀਤੀ ਜਾਵੇ ਅਤੇ ਕੇਸ ਫਾਈਲ ਤੇ ਹੋਰ ਦਸਤਾਵੇਜ਼ ਪੰਜਾਬ ਦੀ ਜਾਂਚ ਏਜੰਸੀ ਦੇ ਹਵਾਲੇ ਕੀਤੇ ਜਾਣ। ਅਦਾਲਤ ਨੇ ਦੋਵਾਂ ਤਰ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ 21 ਜਨਵਰੀ ਤੇ ਪਾ ਦਿੱਤੀ ਹੈ। ਹਾਲਾਂਕਿ ਸਰਕਾਰੀ ਵਕੀਲ ਨੇ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਜਾਂਚ ਅਧਿਕਾਰੀ ਮਹਾਰਾਸ਼ਟਰ ਵਿੱਚ ਕਿਸੇ ਹੋਰ ਕੇਸ ਦੀ ਜਾਂਚ ਵਿੱਚ ਰੁੱਝੇ ਹੋਏ ਨੇ ਤਾਂ ਉਹ ਸੰਬੰਧਿਤ ਫਾਈਲ ਆਪਣੇ ਕਿਸੇ ਨੁਮਾਇੰਦੇ ਦੇ ਹੱਥ ਅਦਾਲਤ ਵਿੱਚ ਭੇਜ ਸਕਦੇ ਨੇ। ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਪੰਜਾਬ ਤੇ ਹਰਿਆਣਾ ਦੇ ਵਿੱਚ ਸੀਤ ਲਹਿਰ ਦਾ ਜ਼ੋਰ ਹੈ। ਦੋਵਾਂ ਸੂਬਿਆਂ ਦੇ ਵਿੱਚ ਨਾਰਨੌਲ ਸਭ ਤੋਂ ਵੱਧ ਠੰਡਾ ਰਿਹਾ ਹੈ। ਸ਼੍ਰੀਨਗਰ ਦੀ ਡੱਲ ਝੀਲ ਜੰਮ ਗਈ ਹੈ। ਤੁਸੀਂ ਜੰਮੀ ਹੋਈ ਝੀਲ ਤੇ ਸੈਰ ਵੀ ਕਰ ਸਕਦੇ ਹੋ। ਦਿੱਲੀ ਦੇ ਵਿੱਚ ਵੀ ਠੰਡ ਕੜਾਕੇ ਦੀ ਪੈ ਰਹੀ ਹੈ ਪਰ ਕੱਲ੍ਹ ਲੋਹੜੀ ਮਨਾਉਂਦਿਆਂ ਉੱਥੇ ਲੋਕਾਂ ਨੇ ਨਾਅਰੇ ਲਾਏ, ਸਿੰਘੂ ਗਾਜ਼ੀਪੁਰ ਹੋ, ਤੇਰਾ ਸਬਰ ਨਿਆਰਾ ਹੋ, ਦੁੱਲਾ ਭੱਟੀ ਵਾਲਾ ਹੋ। ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ 25-25 ਪੈਸੇ ਦਾ ਵਾਧਾ ਕਰ ਦਿੱਤਾ ਗਿਆ। ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ, ਅਹਿਦ ਲੈ ਲਿਆ ਤੇ ਅੱਜ ਵੀ ਲੈਣਗੇ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਮੱਘਦਾ ਰਹੇਗਾ ਅਤੇ ਨਾਲ ਹੀ 26 ਜਨਵਰੀ ਦੀ ਟਰੈਕਟਰ ਪਰੇਡ ਲਈ ਕਿਸਾਨਾਂ ਨੇ ਤਿਆਰੀਆਂ ਖਿੱਚ ਲਈਆਂ ਨੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਤੁਹਾਨੂੰ ਸੁਣਾ ਦਿੰਦੇ ਹਾਂ। ਸਾਡੀ ਕਾਹਦੀ ਲੋਹੜੀ ਹੈ? ਸਾਡੀ ਤਾਂ ਕਾਲੀ ਲੋਹੜੀ ਹੈ। ਜਦੋਂ ਤੱਕ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਜਿਹੜੇ ਸਾਡੇ ਸਿਰ ਤੇ ਥੋਪੇ ਨੇ ਇਹਨਾਂ ਨੂੰ ਵਾਪਸ ਨਹੀਂ ਲੈ ਲੈਂਦੀ, ਸਾਨੂੰ ਕੋਈ ਤਿਉਹਾਰ ਚੰਗਾ ਹੀ ਨਹੀਂ ਲੱਗਦਾ। ਖੇਤੀ ਕਾਨੂੰਨਾਂ ਦੇ ਵਿਰੁੱਧ ਰੋਸ ਪ੍ਰਗਟਾ ਰਹੇ ਲੋਕ, ਖਾਸ ਕਰਕੇ ਬੀਬੀਆਂ, ਇਹ ਕਹਿੰਦੀਆਂ ਦੇਖੀਆਂ ਸੁਣੀਆਂ ਗਈਆਂ। ਦਿੱਲੀ ਦਾ ਸਿੰਘੂ ਬਾਰਡਰ, ਟਿੱਕਰੀ ਬਾਰਡਰ, ਸਭ ਥਾਵਾਂ ਦੇ ਉੱਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੱਡੇ ਪੱਧਰ ਤੇ ਸਾੜੀਆਂ ਗਈਆਂ। ਕਿਸਾਨਾਂ ਨੇ ਲੋਹੜੀ ਦੁੱਲਾ ਭੱਟੀ ਨੂੰ ਸਮਰਪਿਤ ਕੀਤੀ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਸਣੇ ਪੰਜਾਬ 'ਚ ਇਸ ਵਾਰ ਲੋਹੜੀ ਦਾ ਤਿਉਹਾਰ ਕਿਸਾਨ ਜਥੇਬੰਦੀਆਂ ਤੇ ਲੋਕਾਂ ਦੇ ਵੱਲੋਂ ਕ੍ਰਾਂਤੀਕਾਰੀ ਤਰੀਕੇ ਨਾਲ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਇੱਕ ਪਾਸੇ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਹਾਲੇ ਤੱਕ ਆਪਣੀ ਥਾਂ ਤੋਂ ਹਿੱਲ ਨਹੀਂ ਰਹੀ, ਤਾਂ ਦੂਸਰੇ ਪਾਸੇ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੇ ਕਿਸਾਨ। ਪੰਜਾਬ ਦੇ ਕਿਸਾਨਾਂ ਦੀ ਅਗਵਾਈ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨ ਇਸ ਸੰਘਰਸ਼ ਨੂੰ ਨਿਤ ਨਵੇਂ ਜੋਸ਼ ਦੇ ਨਾਲ ਭਰ ਰਹੇ ਨੇ। ਇਸੇ ਜੋਸ਼ ਦੇ ਵਿੱਚ ਹੋਰ ਗਰਮੀ ਲਿਆਉਂਦਿਆਂ ਕਿਸਾਨ ਜਥੇਬੰਦੀਆਂ ਨੇ ਲੋਹੜੀ ਦਾ ਤਿਉਹਾਰ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਲੋਹੜੀ ਦੇ ਭੁੱਗੇ ਦੇ ਵਿੱਚ ਸਾੜ ਕੇ ਮਨਾਇਆ ਗਿਆ। ਸਿੰਘੂ ਬਾਰਡਰ ਤੇ ਸ਼ਾਮ ਨੂੰ 5 ਵਜੇ ਦੇ ਕਰੀਬ ਵੱਡੇ ਕਿਸਾਨ ਲੀਡਰ ਪਹੁੰਚੇ। ਉੱਥੇ ਮੋਰਚੇ ਦੇ ਵਿੱਚ ਸ਼ਾਮਿਲ ਲੋਕਾਂ ਦਾ ਵੀ ਵੱਡਾ ਇਕੱਠ ਸੀ। ਵੱਡੀ ਧੂਣੀ ਜਿਹੜੀ ਵੱਡਾ ਭੁੱਗਾ ਬਾਲਿਆ ਗਿਆ ਤੇ ਇੱਥੇ 1 ਲੱਖ ਕਾਪੀਆਂ ਨੇ ਜਿਹੜੀਆਂ ਉਹ ਵੰਡੀਆਂ ਗਈਆਂ ਪ੍ਰਬੰਧਕਾਂ ਦੇ ਵੱਲੋਂ। ਬਾਕੀ ਲੋਕ ਜਿਹੜੇ ਆਪਣੇ ਪੱਧਰ ਤੇ ਲਿਆਏ ਹੋਣਗੇ ਫੋਟੋ ਸਟੇਟ ਕਰਾ ਕੇ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ, ਪਰ 1 ਲੱਖ ਕਾਪੀ ਹੈ ਜਿਹੜੀ ਉਹ ਤਾਂ ਪ੍ਰਬੰਧਕਾਂ ਦੇ ਵੱਲੋਂ ਹੀ ਕਿਸਾਨ ਮੋਰਚੇ ਦੇ ਪ੍ਰਬੰਧਕਾਂ ਦੇ ਵੱਲੋਂ ਹੀ ਵੰਡੀਆਂ ਗਈਆਂ। ਤੇ ਸਾਰੇ ਵੱਡੇ ਲੀਡਰ ਬਲਵੀਰ ਸਿੰਘ ਰਾਜੀਵਾਲ ਹੋਣ, ਜਗਜੀਤ ਸਿੰਘ ਡੱਲੇਵਾਲਾ ਜਾਂ ਫਿਰ ਹੋਰ ਜਿੰਨੇ ਵੀ ਲੀਡਰ ਹੈਗੇ ਨੇ ਉਹ ਸਾਰੇ ਇਸ ਮੌਕੇ ਸਿੰਘੂ ਬਾਰਡਰ ਤੇ ਸ਼ਾਮਿਲ ਸੀਗੇ। ਟਿੱਕਰੀ ਬਾਰਡਰ ਤੇ ਵੀ ਪਾਥੀਆਂ ਦਾ ਢੇਰ ਹੈ ਜਿਹੜਾ ਵੱਡਾ ਉਹ ਬਣਾਇਆ ਗਿਆ ਸੀ, ਕਿਉਂਕਿ ਇੱਥੇ ਜ਼ਿਆਦਾਤਰ ਮਾਲਵੇ ਦੇ ਲੋਕਾਂ ਦੀ ਸ਼ਮੂਲੀਅਤ ਹੈਗੀ ਹੈ। ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਉਹ ਵੀ ਇੱਥੇ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਇਕੱਠ ਦੇ ਨਾਲ ਇੱਥੇ ਬੈਠੀ ਹੋਈ ਹੈ। ਸੋ ਟਿੱਕਰੀ ਬਾਰਡਰ ਦੇ ਉੱਤੇ ਵੀ ਥਾਂ ਦੇ ਉੱਤੇ ਲੋਕਾਂ ਨੇ ਲੋਹੜੀ ਬਾਲੀ, ਕਿਉਂਕਿ ਬਹੁਤ ਵੱਡਾ ਕਾਫਲਾ ਹੈ ਟਿੱਕਰੀ ਬਾਰਡਰ ਤੇ, ਬਹੁਤ ਹੀ ਵੱਡਾ ਕਾਫਲਾ ਹੈ। ਕਈ ਕਿਲੋਮੀਟਰ ਤੱਕ ਬਹਾਦਰਗੜ੍ਹ, ਹਰਿਆਣਾ ਦੇ ਬਹਾਦਰਗੜ੍ਹ ਤੋਂ ਵੀ ਅੱਗੇ ਲੰਘ ਗਿਆ ਹੁਣ ਤਾਂ ਕਾਫਲਾ। ਸੋ ਇੱਥੇ ਫਿਰ ਇੱਕ ਥਾਂ ਤੇ ਤਾਂ ਸਾਰੇ ਇਕੱਠੇ ਨਹੀਂ ਹੋ ਸਕਦੇ, ਚਾਹੇ ਸਿੰਘੂ ਹੋਵੇ ਜਾਂ ਫਿਰ ਟਿੱਕਰੀ ਹੋਵੇ। ਤੇ ਜਿੱਥੇ ਵੀ ਲੋਕ ਇਕੱਠੇ ਹੋ ਸਕਦੇ ਸੀ, ਜਿੰਨੀ ਵੀ ਗਿਣਤੀ ਦੇ ਵਿੱਚ ਉਹਨੇ ਲੋਕਾਂ ਨੇ ਇਕੱਠੇ ਹੋ ਕੇ ਲੋਹੜੀ ਹੈ ਜਿਹੜੀ ਉਹ ਖੇਤੀ ਕਾਨੂੰਨਾਂ ਨੂੰ ਸਾੜ ਕੇ ਮਨਾਈ। ਕੋਈ ਗੁੜ ਰਿਓੜੀਆਂ ਨਹੀਂ ਵੰਡੀਆਂ ਗਈਆਂ, ਸਿਰਫ ਖੇਤੀ ਕਾਨੂੰਨਾਂ ਨੂੰ ਸਾੜ ਕੇ ਜਿਹੜੇ ਕਿਸਾਨਾਂ ਨੂੰ ਇਸ ਵਕਤ ਬੁਰਾਈ ਦੇ ਪ੍ਰਤੀਕ ਲੱਗਦੇ ਨੇ ਉਹਨਾਂ ਦੇ ਨਾਮ ਦੇ ਉੱਤੇ ਖੇਤੀ ਕਾਨੂੰਨ ਸਾੜੇ ਗਏ। ਜਿਵੇਂ ਲੋਹੜੀ ਦਾ ਤਿਉਹਾਰ ਹੁੰਦਾ ਹੈ, ਇਸ਼ਰ ਆ ਦਲਿੱਦਰ ਜਾਂ ਦਲਿੱਦਰ ਦੀ ਜੜ ਚੁੱਲ੍ਹੇ ਪਾ, ਇਸ ਤਰੀਕੇ ਦੇ ਨਾਲ ਤਿਲ ਨੇ ਜਿਹੜੇ ਉਹ ਲੋਹੜੀ ਦੇ ਵਿੱਚ ਸੁੱਟੇ ਜਾਂਦੇ ਨੇ, ਸਾੜੇ ਜਾਂਦੇ ਨੇ। ਤੇ ਕਿਸਾਨਾਂ ਦੇ ਵੱਲੋਂ ਜਿਹੜੇ ਬੁਰਾਈ ਦਾ ਪ੍ਰਤੀਕ ਜਿਨ੍ਹਾਂ ਨੂੰ ਉਹ ਲੀਡਰ ਮੰਨ ਰਹੇ ਨੇ ਉਹਨਾਂ ਦੇ ਨਾਮ ਤੇ ਉਹਨਾਂ ਨੇ ਕਾਪੀਆਂ ਜਿਹੜੀਆਂ ਉਹ ਸਾੜੀਆਂ। ਸਿੰਘੂ ਬਾਰਡਰ ਤੇ ਬੱਬੂ ਮਾਨ ਪੰਜਾਬੀ ਕਲਾਕਾਰ ਨੇ ਜਿਹੜੇ ਉਹ ਵੀ ਕਿਸਾਨਾਂ ਦੇ ਨਾਲ ਲੋਹੜੀ ਦਾ ਤਿਉਹਾਰ ਮਨਾਉਣ ਦੇ ਲਈ ਪਹੁੰਚੇ ਕ੍ਰਾਂਤੀਕਾਰੀ ਰੂਪ ਦੇ ਵਿੱਚ। ਬੱਬੂ ਮਾਨ ਨੇ ਕਿਹਾ ਕਿ ਸਰਕਾਰ ਨੂੰ ਸ਼ਾਇਦ ਲੱਗਦਾ ਹੈ ਕਿ ਪੰਜਾਬੀ ਪਿੱਛੇ ਮੁੜ ਜਾਣਗੇ, ਪਰ ਇਹ ਸਾਡਾ ਇਤਿਹਾਸ ਰਿਹਾ ਹੈ ਕਿ ਪੰਜਾਬੀ ਪਿੱਛੇ ਨਹੀਂ ਹਟਣ ਵਾਲੇ। ਪੰਜਾਬੀ ਤਾਂ ਦੂਸਰਿਆਂ ਦੇ ਹੱਕਾਂ ਦੀ ਖਾਤਰ ਢਾਲ ਬਣ ਕੇ ਖੜ ਜਾਂਦੇ ਨੇ, ਤੇ ਹੁਣ ਤਾਂ ਉਹਨਾਂ ਦੇ ਆਪਣੇ ਵਜੂਦ ਦੀ ਗੱਲ ਹੈ, ਸਿਰੜ ਦੇ ਪੱਕੇ ਹੁੰਦੇ ਨੇ, ਹਿੱਲਣ ਵਾਲੇ ਨਹੀਂ ਹੈਗੇ। ਤੇ ਸਾਡੇ ਲਈ ਲੋਹੜੀ ਹੈ ਜਿਹੜੀ ਉਹ ਦਰਦ ਦਾ ਪੈਗਾਮ ਹੈ, ਇਹ ਕੋਈ ਤਿਉਹਾਰ ਨਹੀਂ ਹੈ ਇਸ ਵਾਰ ਸਾਡੇ ਲਈ, ਕਿਉਂਕਿ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ, ਲੁੱਟੀਆਂ ਜਾ ਰਹੀਆਂ ਨੇ। ਰਣਨੀਤੀ ਦਾ ਇਹ ਤਰੀਕਾ ਹੁੰਦਾ ਕਿ ਵਾਰਤਾਲਾਪ ਵੀ ਜਾਰੀ ਰੱਖੀ ਜਾਵੇ ਔਰ ਆਪ ਦਾ ਪ੍ਰੈਸ਼ਰ ਵੀ ਬਿਲਡ ਕਰਿਆ ਜਾਵੇ। ਸਰਕਾਰ ਆਪਣੇ ਵੇ ਨਾਲ ਪ੍ਰੈਸ਼ਰ ਬਿਲਡ ਕਰਦੀ ਹੈ, ਕਿਸਾਨ ਆਪਣੇ ਵੇ ਨਾਲ ਕਰਦੇ ਆ। ਤੁਹਾਨੂੰ ਮੈਂ ਇੱਕ ਛੋਟੀ ਐਗਜ਼ਾਮਪਲ ਲਾਂ, ਤੁਸੀਂ ਕਿਸੇ ਵੀ ਸਟੇਟ 'ਚ ਜਾਓ, ਜਦੋਂ ਕੋਈ ਤੁਹਾਡਾ ਬਾਹਰਲੀ ਸਟੇਟ ਵਾਲੇ ਨਾਲ ਝਗੜਾ ਹੁੰਦਾ ਹੈ ਤਾਂ ਉਸ ਸਟੇਟ ਵਾਲੇ ਸਾਰੇ ਇਕੱਠੇ ਹੋ ਜਾਂਦੇ ਆ, ਇਹ ਕਿਸੇ ਵੀ ਸਟੇਟ ਚਲੇ ਜਾਓ। ਪਰ ਪੰਜਾਬ ਇੱਕ ਐਸੀ ਸਟੇਟ ਆ, ਤੁਸੀਂ ਕਦੇ ਵੀ ਨੋਟ ਕਰ ਲਿਓ, ਜੇ ਤੁਸੀਂ ਦੂਜੀ ਸਟੇਟ ਨਾਲ ਲੜੋਗੇ ਤਾਂ ਪੰਜਾਬੀ ਦੂਜੇ ਪਾਸੇ ਖੜਾ ਹੋ ਜਾਊਗਾ। ਇਹ ਸਾਡੇ ਖੂਨ 'ਚ ਹੈ। ਸੋ ਅਸੀਂ ਆਪਣੇ ਹੱਕਾਂ ਲਈ ਗੱਲ ਕਰ ਰਹੇ ਹਾਂ ਔਰ 100% ਸਾਨੂੰ ਮਿਲ ਜਾਣੇ ਚਾਹੀਦੇ ਆ। ਸਰਕਾਰ ਕੋਲ ਕੁਝ ਨਹੀਂ, ਸਟੈਂਡ ਜਿੱਦਾਂ ਲੈ ਲੈਂਦਾ ਬੰਦਾ, ਸਟੈਂਡ ਲੈ ਗਿਆ ਉਹ, ਬਸ ਸਰਕਾਰ ਸਟੈਂਡ ਲੈ ਗਈ ਵੀ ਪਿੱਠ ਲੱਗ ਗਈ। ਹੁਣ ਸਿੰਘੂ ਬਾਰਡਰ ਤੇ ਹੁਣ ਤੱਕ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ
ਆਰਜ਼ੀ ਗੁਰਦੁਆਰਾ ਸਾਹਿਬ ਵੀ ਸਥਾਪਿਤ ਕੀਤਾ ਗਿਆ ਹੈ ਅਤੇ ਲੋਹੜੀ ਵਾਲੇ ਦਿਨ ਯਾਨੀ ਕਿ 13 ਜਨਵਰੀ ਨੂੰ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤੇ ਗਏ ਨੇ, ਜਿਨ੍ਹਾਂ ਦੇ ਭੋਗ ਨੇ ਜਿਹੜੇ ਉਹ 15 ਜਨਵਰੀ ਨੂੰ ਪਾਏ ਜਾਣਗੇ। ਤੇ ਪੂਰਾ ਹਫ਼ਤਾ ਜਿਹੜਾ ਹੈਗਾ ਉਹ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਇਸੇ ਤਰੀਕੇ ਦੇ ਨਾਲ ਲਗਾਤਾਰ ਸਮਾਗਮ ਕਰਵਾ ਕੇ ਹੀ ਮਨਾਇਆ ਜਾਏਗਾ ਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਤੇ ਕਿਸਾਨ ਲੀਡਰਾਂ ਨੇ ਮਾਘੀ ਦਾ ਦਿਹਾੜਾ ਜਿਹੜਾ ਕਿ 14 ਜਨਵਰੀ ਨੂੰ ਆਉਣਾ ਹੈ, ਮਾਘੀ ਦੇ ਦਿਹਾੜੇ ਨੂੰ ਵੀ ਮੁਕਤਸਰ ਸਾਹਿਬ ਦੇ 40 ਸ਼ਹੀਦ ਮੁਕਤਿਆਂ ਨੂੰ ਸਮਰਪਿਤ ਕਰਨ ਦਾ ਐਲਾਨ ਕਰਦੇ ਹੋਏ ਇਹ ਕਿਹਾ ਹੈ ਕਿ 14 ਜਨਵਰੀ ਦੇ ਦਿਨ ਸਟੇਜ ਤੋਂ ਸਾਰਾ ਦਿਨ ਸ਼ਬਦ ਕੀਰਤਨ, ਗੁਰਬਾਣੀ ਕੀਰਤਨ ਹੈ ਜਿਹੜਾ ਉਹਦਾ ਪ੍ਰਵਾਹ ਚੱਲੇਗਾ। ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਜੰਗ ਹੋਈ ਸੀ ਜਿਹੜੀ ਮੁਗਲਾਂ ਤੇ ਸਿੰਘਾਂ ਦੇ ਵਿਚਕਾਰ, ਉਹਦੇ ਵਿੱਚ 40 ਮੁਕਤਿਆਂ ਨੇ ਸ਼ਹੀਦੀਆਂ ਪਾਈਆਂ ਸੀ ਤੇ ਉਸੇ ਜੰਗ ਦੇ ਦਰਮਿਆਨ ਆ ਕੇ ਉਹਨਾਂ ਨੇ ਗੁਰੂ ਸਾਹਿਬ ਤੋਂ ਜਿਹੜਾ ਹੈ ਮਾਫੀ ਵੀ ਮੰਗੀ ਸੀ ਤੇ ਮੁਕਤੀ ਦੀ ਦਾਤ ਹੈ ਜਿਹੜੀ ਉਹ ਪ੍ਰਾਪਤ ਕੀਤੀ ਸੀ। ਉਹਨਾਂ ਨੂੰ ਸਮਰਪਿਤ ਕੀਤਾ ਹੈ ਕਿਸਾਨ ਲੀਡਰਾਂ ਨੇ 14 ਜਨਵਰੀ ਦਾ ਦਿਨ। ਪੰਜਾਬ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਦੇ ਵੱਖ-ਵੱਖ 11 ਜ਼ਿਲ੍ਹਿਆਂ ਦੇ ਕਈ ਸੈਂਕੜੇ ਪਿੰਡਾਂ ਦੇ ਵਿੱਚ ਲੋਹੜੀ ਮੌਕੇ ਭੁੱਗਾ ਬਾਲ ਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੇ ਜਿਹੜੀਆਂ ਉਹ ਸਾੜੀਆਂ ਗਈਆਂ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ 11 ਜ਼ਿਲ੍ਹੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਮੁਕਤਸਰ, ਮੋਗਾ, ਜਲੰਧਰ, ਫਰੀਦਕੋਟ ਆਦਿ ਜ਼ਿਲ੍ਹਿਆਂ ਦੇ ਹਜ਼ਾਰਾਂ ਪਿੰਡਾਂ ਦੇ ਵਿੱਚ ਲੋਹੜੀ ਮੌਕੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਤੇ ਬੱਚਿਆਂ, ਬਜ਼ੁਰਗਾਂ, ਬੀਬੀਆਂ, ਨੌਜਵਾਨਾਂ ਸਭ ਨੇ ਇਸ ਦੇ ਵਿੱਚ ਸ਼ਮੂਲੀਅਤ ਵੀ ਕੀਤੀ। ਜਥੇਬੰਦੀ ਦੇ ਸੱਦੇ ਦੇ ਉੱਤੇ ਪੂਰੇ ਪੰਜਾਬ, ਦੇਸ਼, ਦੁਨੀਆ ਦੇ ਵਿੱਚ ਕਰੋੜਾਂ ਲੋਕਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਉਹ ਸਾੜੀਆਂ ਨੇ, ਇਹ ਦਾਅਵਾ ਕੀਤਾ ਹੈ। ਤੇ ਇਸ ਕਮੇਟੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਸ਼ੁਰੂਆਤ ਹੈ ਜਿਹੜੀ ਪਿੰਡ ਪੰਧੇਰ ਕਲਾਂ ਦੇ ਵਿੱਚੋਂ ਹੀ ਕੀਤੀ ਗਈ, ਜਿੱਥੇ ਸਾਰੇ ਪਿੰਡ ਦੀਆਂ ਬੀਬੀਆਂ, ਕਿਸਾਨ, ਮਰਦ, ਨੌਜਵਾਨ, ਬੱਚੇ ਇਹਨਾਂ ਸਾਰਿਆਂ ਨੇ ਰਲ ਕੇ ਲੋਹੜੀ ਦਾ ਭੁੱਗਾ ਬਾਲ ਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਪੂਰੇ ਰੋਹ ਨਾਲ ਇਕੱਠੇ ਹੋਏ ਲੋਕਾਂ ਨੇ ਪਹਿਲਾਂ ਲੋਹੜੀ ਦੀ ਅੱਗ ਬਾਲ ਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ। ਉਸ ਤੋਂ ਬਾਅਦ ਪੂਰੇ ਜੋਸ਼ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ, ਪ੍ਰਧਾਨ ਮੰਤਰੀ ਮੁਰਦਾਬਾਦ ਦੇ ਨਾਅਰੇ ਵੀ ਲਾਏ। ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਹ ਕੋਈ ਲੋਹੜੀ ਵਾਲੇ ਦਿਨ ਹੀ ਨਹੀਂ ਖਤਮ ਹੋ ਜਾਏਗਾ, ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਵੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਗਈਆਂ। ਖਾਲਸਾ ਕਾਲਜ ਦੇ ਵਿੱਚ ਵੀ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਦੇ ਵੱਲੋਂ ਵੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਹੋਇਆਂ ਇਸੇ ਲਹਿਰ ਦੇ ਮੁਤਾਬਿਕ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੇ ਜਿਹੜੀਆਂ ਉਹ ਪਾੜ ਕੇ ਫੂਕ ਦਿੱਤੀਆਂ ਗਈਆਂ। ਉਹਨਾਂ ਨੇ ਕਾਪੀਆਂ ਨੂੰ ਪਹਿਲਾਂ ਤਾਂ ਪਾੜ ਦਿੱਤਾ ਤੇ ਫਿਰ ਭੁੱਗੇ ਦੇ ਵਿੱਚ ਫੂਕ ਦਿੱਤਾ। ਭੁੱਗਾ ਮਾਝੇ ਵੱਲ ਲੋਹੜੀ ਨੂੰ ਹੀ ਕਹਿੰਦੇ ਨੇ, ਲੋਹੜੀ ਦੀ ਧੂਣੀ ਨੂੰ ਮਾਲਵੇ ਵੱਲ ਧੂਣੀ ਕਿਹਾ ਜਾਂਦਾ, ਮਾਝੇ ਦੇ ਵਿੱਚ ਭੁੱਗਾ ਕਿਹਾ ਜਾਂਦਾ ਤੇ ਸਾਰੇ ਨੇ ਜਿਹੜੇ ਉਹ ਇੱਕ ਸੁਰ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਸੁਲਤਾਨਪੁਰ ਲੋਧੀ ਵਿੱਚ ਵੀ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਇਸ ਦੇ ਨਾਲ ਇੱਕ ਅਹਿਦ ਵੀ ਲਿਆ ਹੈ, ਜਿਹੜਾ ਮਾਘੀ ਮੌਕੇ ਵੀ ਅਹਿਦ ਲੈਣ ਦੀ ਗੱਲ ਕੀਤੀ ਗਈ ਹੈ ਕਿ ਮਾਘੀ ਮੌਕੇ ਜਿਸ ਤਰੀਕੇ ਦੇ ਨਾਲ ਜਿਹੜੇ ਵੀ ਧਰਮ ਦੇ ਲੋਕ ਮਾਘੀ ਦਾ ਤਿਉਹਾਰ ਮਨਾਉਂਦੇ ਨੇ ਉਵੇਂ ਹੀ ਮਨਾਉਣ, ਪਰ ਇਸ ਮੌਕੇ ਅਹਿਦ ਜ਼ਰੂਰ ਲੈਣ ਕਿ ਜਿਹੜਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਛਿੜਿਆ ਸੰਘਰਸ਼ ਹੈਗਾ ਜਿਹੜਾ ਉਹ ਆਪਣੀ ਜਿੱਤ ਪ੍ਰਾਪਤ ਕਰਕੇ ਹੀ ਖਤਮ ਹੋਏ ਤੇ ਇਹਦੇ ਵਿੱਚ ਲੋਕ ਹੋਰ ਜੁਟਣ, ਹੋਰ ਇਹ ਤਿੱਖਾ ਹੋਵੇ ਸੰਘਰਸ਼। ਇਸ ਦੀਆਂ ਅਰਦਾਸਾਂ ਨੇ ਜਿਹੜੀਆਂ ਉਹ ਕੀਤੀਆਂ ਜਾਣੇ। ਕਿਸਾਨ ਲੀਡਰਾਂ ਨੇ ਅਪੀਲ ਕੀਤੀ ਸੀ। ਜਿਵੇਂ ਸਾਡੇ ਅੰਦੋਲਨ ਨੂੰ ਬਦਨਾਮ ਕਰ ਲਈ, ਜੋ ਸਰਕਾਰ ਨਾ ਕਰ ਸਕੀ ਉਹ ਅਦਾਲਤਾਂ ਕੋ ਕਰਾਉਣ ਦੇ ਯਤਨ ਕੀਤੇ ਜਾ ਰਹੇ ਆ। ਜਿਹੜੀ ਕਮੇਟੀ ਦੀ ਗੱਲ ਆ ਰਹੀ ਆ, ਲਗਭਗ ਜ਼ਿਆਦਾਤਰ ਤੇ ਸਾਰੀਆਂ ਜਥੇਬੰਦੀਆਂ ਦਾ ਪ੍ਰੋਗਰਾਮ ਹੀ ਬਣ ਜਾਣਾ। ਇਹਨੂੰ ਰੱਦ ਕਰਨਾ ਵਾ ਅਸੀਂ ਸਾਰਿਆਂ ਨੇ ਰਲ ਕੇ, ਵੀ ਸਾਨੂੰ ਨਹੀਂ ਮਨਜ਼ੂਰ ਹੋਗੀ ਕਿਉਂਕਿ ਸਰਕਾਰ ਬੰਦੇ ਜਿਹੜੇ 4 ਬੰਦੇ ਨੇ ਉਹ ਪਹਿਲੋਂ ਸਰਕਾਰ ਦੇ ਹੱਕ ਵਿੱਚ ਲਿਖ ਚੁੱਕੇ ਨੇ, ਜਿਹੜੇ ਕਮੇਟੀ ਦੇ ਵਿੱਚ ਸ਼ਾਮਲ ਨੇ। 26 ਦਾ ਪ੍ਰੋਗਰਾਮ ਪਰੇਡ ਵਾਲਾ ਸ਼ਾਂਤਮਈ ਤਰੀਕੇ ਨਾਲ ਆਪਾਂ ਕਰਾਂਗੇ। ਇਹ 30 ਤੱਕ ਉੱਥੇ ਰਹੂਗਾ। ਇਹ ਤੋਂ ਗਾਂ 20 ਤਰੀਕ ਨੂੰ ਤਰਨਤਾਰਨ ਦਾ ਟਰੈਕਟਰ ਟਰਾਲੀਆਂ ਦਾ ਲੱਖਾਂ ਟਰੈਕਟਰ ਟਰਾਲੀਆਂ ਦਿੱਲੀ ਵੱਲ ਨੂੰ ਕੂਚ ਕਰਨਗੀਆਂ। ਭਰਾਓ 20-25 ਦਿਨ ਦੇ ਪ੍ਰੋਗਰਾਮ ਬਣਾ ਕੇ ਆਇਓ। ਲੰਮਾ ਅੰਦੋਲਨ ਚੱਲਣਾ ਤੇ ਅਸੀਂ ਲੰਬਾ ਚਲਾਵਾਂਗੇ।
ਚੰਡੀਗੜ੍ਹ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਦੇ ਵਿੱਚ ਵੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਹੈ ਜਿਹੜਾ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਮਨਾਇਆ ਗਿਆ ਤੇ ਪਲਾਜ਼ਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਇਕੱਠੇ ਹੋਏ। ਇਸ ਮੌਕੇ ਫਿਲਮ ਅਦਾਕਾਰਾ ਗੁਲਪਨਾਗ ਵੀ ਇਸ ਮੌਕੇ ਪਹੁੰਚੀ ਚੰਡੀਗੜ੍ਹ ਦੇ ਵਿੱਚ ਤੇ ਉਹਨਾਂ ਨੇ ਕੇਂਦਰ ਸਰਕਾਰ ਦੇ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸ ਹੱਦ ਤੱਕ ਸਿਰਫ ਕਿਸਾਨਾਂ ਨੂੰ ਹੀ ਨਹੀਂ ਆਮ ਲੋਕਾਂ ਨੂੰ ਵੀ ਕੁਚਲ ਕੇ ਰੱਖ ਦੇਣ ਵਾਲੀਆਂ ਨੇ। ਸੋ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਨਵਾਂ ਸ਼ਹਿਰ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਰਿਲਾਇੰਸ ਸਟੋਰ ਦੇ ਮੂਹਰੇ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਆਮ ਆਦਮੀ ਪਾਰਟੀ ਸਿਆਸਤ ਦੀ ਵੀ ਜ਼ਰੂਰ ਗੱਲ ਕਰ ਲੈਂਦੇ ਹਾਂ। ਕਿਸਾਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਕਿਸਾਨਾਂ ਦੀ ਹਮਾਇਤ ਕਰਦਿਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ। ਸੰਗਰੂਰ ਦੇ ਵਿੱਚ ਵਿਧਾਇਕ ਅਮਨ ਅਰੋੜਾ ਅਤੇ ਲੁਧਿਆਣਾ ਦੇ ਵਿੱਚ ਐਮਪੀ ਭਗਵੰਤ ਮਾਨ ਨੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਕਾਂਗਰਸ ਵੀ ਪਿੱਛੇ ਨਹੀਂ ਰਹੀ। ਕਾਂਗਰਸ ਨੇ ਦਿੱਲੀ ਦੇ ਜੰਤਰ ਮੰਤਰ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ। ਤਰਨਤਾਰਨ ਦੇ ਵਿੱਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਜਥੇਬੰਦੀ ਦੇ ਵੱਲੋਂ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਵੱਲੋਂ ਕਾਲੇ ਕਾਨੂੰਨਾਂ ਸੰਬੰਧੀ ਸ਼ਹਿਰ ਦੇ ਵਿੱਚ ਪਹਿਲਾਂ ਰੋਸ ਮਾਰਚ ਕੱਢਿਆ ਗਿਆ ਤੇ ਫਿਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ ਮੁਲਤਵੀ ਕੀਤੇ ਨੇ ਤੇ ਫੈਸਲਾ ਹਾਕਮਾਂ ਦੇ ਝੂਠ ਤੇ ਲਾਈ ਹੋਈ ਮੋਹਰ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਅਤੇ ਨਵੰਬਰ 84 ਕਤਲੇਆਮ ਸਮੇਂ ਤੇ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੇ ਸਮੇਂ ਵੀ ਸੁਪਰੀਮ ਬਣ ਕੇ ਨਹੀਂ ਵਿਖਾਇਆ ਤੇ ਸਰਕਾਰਾਂ ਦੇ ਵੱਲੋਂ ਗੈਰ ਕਾਨੂੰਨੀ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਜਾਂ ਕੀਤੀਆਂ ਗਈਆਂ ਨੇ ਉਹਨਾਂ ਤੇ ਗੈਰ ਸੰਵਿਧਾਨਿਕ ਜਿਹੜੇ ਉਹਨਾਂ ਨੇ ਕਾਰਨਾਮੇ ਕੀਤੇ ਆ ਉਹਨਾਂ ਦਾ ਕਦੇ ਵੀ ਨੋਟਿਸ ਨਹੀਂ ਲਿਆ। ਉਹਨਾਂ ਇਲਜ਼ਾਮ ਲਾਇਆ ਕਿ ਨਿਆਂਪਾਲਿਕਾ ਕਿਸਾਨਾਂ ਦੀ ਬਾਹ ਫੜਨ ਦੀ ਬਜਾਏ ਅੰਬਾਨੀਆਂ ਅਡਾਨੀਆਂ ਦੀ ਬਾਹ ਫੜ ਰਹੀ ਹੈ ਤੇ ਸਰਕਾਰ ਦੇ ਹੱਕ ਦੇ ਵਿੱਚ ਭੁਗਤ ਰਹੀ ਹੈ। ਇਹ ਗੱਲ ਸਿਰਫ ਪੰਜਾਬ ਜਾਂ ਫਿਰ ਭਾਰਤ ਤੱਕ ਹੀ ਸੀਮਿਤ ਨਹੀਂ ਰਹੀ। ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਭਾਰਤੀ ਲੋਕ ਵਸਦੇ ਨੇ, ਪੰਜਾਬੀ ਲੋਕ ਵਸਦੇ ਨੇ, ਜਿਨ੍ਹਾਂ ਨੂੰ ਪਤਾ ਹੈ ਲੋਹੜੀ ਦੇ ਤਿਉਹਾਰ ਦਾ, ਜਿਹੜੇ ਕਿਸਾਨਾਂ ਦੇ ਨਾਲ ਹਮਾਇਤ ਰੱਖਦੇ ਨੇ, ਉਹਨਾਂ ਨੇ ਵੀ ਆਪੋ ਆਪਣੀਆਂ ਥਾਵਾਂ ਤੇ ਭਾਵੇਂ ਜਿਹੜੇ ਮੁਲਕ ਦੇ ਵਿੱਚ ਇਸ ਵਕਤ ਪੂਰੀ ਗਰਮੀ ਪੈ ਰਹੀ ਹੈ ਉਹਨਾਂ ਨੇ ਵੀ ਲੋਹੜੀ ਦੀ ਅੱਗ ਸੰਕੇਤਕ ਰੂਪ ਦੇ ਵਿੱਚ ਬਾਲ ਕੇ ਉੱਥੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੇ ਜਿਹੜੀਆਂ ਉਹ ਸਾੜੀਆਂ ਨੇ। ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਉੱਠਿਆ ਰੋਹ ਹੈ ਉਹ ਸਿਰਫ ਸਿਆਣੇ ਬਜ਼ੁਰਗਾਂ, ਨੌਜਵਾਨਾਂ ਜਾਂ ਫਿਰ ਕੱਲੇ ਬੀਬੀਆਂ ਦੇ ਵਿੱਚ ਹੀ ਨਹੀਂ ਹੈਗਾ, ਬੱਚੇ ਵੀ ਪਿੱਛੇ ਨਹੀਂ ਹਟੇ। ਬੰਗੇ ਤੋਂ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ। ਜਲੰਧਰ ਦੇ ਬੰਗਾ ਕਸਬੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬੱਚੇ ਦੀ ਵੀਡੀਓ ਜਿਹੜੀ ਸਾਨੂੰ ਹਾਸਲ ਹੋਈ ਹੈ। ਹਰਕੀਰਤ ਸਿੰਘ ਇਸ ਬੱਚੇ ਦਾ ਨਾਮ ਹੈ ਤੇ ਜਿਸ ਤਰੀਕੇ ਦੇ ਨਾਲ ਕਵਿਤਾ ਇਹ ਗੁਰਦੁਆਰੇ ਦੇ ਵਿੱਚ ਸਰੋਵਰ ਦੇ ਕੰਢੇ ਤੇ ਖੜ ਕੇ ਬੱਚਾ ਪੜ੍ਹ ਰਿਹਾ ਹੈ, ਜਿਸ ਤਰੀਕੇ ਦੇ ਨਾਲ ਲਲਕਾਰ ਰਿਹਾ ਹੈ, ਸਮਝਿਆ ਜਾ ਸਕਦਾ ਹੈ ਕਿ ਇਹ ਜਿਹੜਾ ਰੋਹ ਹੈ ਕੋਈ ਛੋਟਾ ਮੋਟਾ ਰੋਹ ਨਹੀਂ ਰਿਹਾ। ਇਹ ਰੋਹ ਹੈ ਜਿਹੜਾ ਹੁਣ ਬਹੁਤ ਵੱਡੇ ਰੂਪ ਦੇ ਵਿੱਚ ਫੈਲ ਚੁੱਕਿਆ। ਹਰ ਦਿਲ ਦੇ ਵਿੱਚ ਇਸ ਨੇ ਇੱਕ ਚਿੰਗਾਰੀ ਹੈ ਜਿਹੜੀ ਉਹ ਜਗਾ ਦਿੱਤੀ ਹੈ। ਹੁਣ ਹਾਕਮਾਂ ਦਾ ਜਿਹੜਾ ਜ਼ੁਲਮ ਹੈ ਉਹਦੇ ਖਿਲਾਫ ਬੱਚਾ ਬੋਲਣ ਲੱਗ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੂਚ ਕਰ ਗਈਆਂ ਧਰਤ ਪੰਜਾਬ ਦੀ ਤੋਂ, ਲਾਲ ਕਿਲੇ ਤੋਂ ਲੈਣ ਲਈ ਹੱਕ ਫੌਜਾਂ, ਪੱਥਰ ਧੂ ਸਿੱਟੇ, ਤੋੜਤੀ ਤਾਰ ਕੰਡਾ, ਬੈਰੀਗੇਟ ਗਈਆਂ ਨੇ ਟੱਪ ਫੌਜਾਂ, ਅਥਰੂ ਗੈਸ ਦੇ ਚੀਰ ਕੇ ਪਾਣੀਆਂ ਨੂੰ ਪਾਉਂਦੀਆਂ ਜਾਂਦੀਆਂ ਵੇਖ ਲੈ, ਢੱਕ ਫੌਜਾਂ ਫਤਿਹ ਕਰੂਗਾ ਕਿਸਾਨ। ਕੱਲ ਦਿੱਲੀ ਨੂੰ ਡੇਰੇ ਲਾ ਕੇ ਬਹਿ ਗਈਆਂ ਨੇ ਦਿੱਲੀ ਵਿੱਚ ਫੌਜਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਵੀ ਲਾਈਵ ਹੋ ਕੇ ਖੇਤੀ ਕਾਨੂੰਨਾਂ ਦੇ ਬਾਰੇ ਕੀ ਬਿਆਨ ਦਿੱਤੇ ਨੇ, ਸੁਪਰੀਮ ਕੋਰਟ ਦੇ ਫੈਸਲੇ ਬਾਰੇ ਕੀ ਕਿਹਾ ਹੈ ਲੋਹੜੀ ਦੇ ਮੌਕੇ, ਇਹ ਤੁਹਾਨੂੰ ਦੱਸਦੇ ਹਾਂ। ਇੱਕ ਹੋਰ ਅਹਿਮ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਯੂਐਨਓ ਦੇ ਫੂਡ ਐਂਡ ਐਗਰੀਕਲਚਰ ਦੇ ਮੁੱਖ ਦਫ਼ਤਰ ਰੋਮ, ਇਟਲੀ ਦੇ ਵਿੱਚ ਭਾਰਤ ਦੇ ਕਿਸਾਨਾਂ ਦੇ ਹੱਕ ਅਤੇ ਇਨਸਾਫ ਦੇ ਲਈ ਦੁਨੀਆ ਭਰ ਦੀ ਪਹਿਲੀ ਕਿਸਾਨ ਰੈਲੀ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਯੂਰਪ ਭਰ ਤੋਂ ਲੋਕ ਸ਼ਾਮਿਲ ਹੋਣਗੇ, ਇਕੱਲੇ ਰੋਮ ਜਾਂ ਇਟਲੀ ਦੇ ਲੋਕ ਸ਼ਾਮਿਲ ਨਹੀਂ ਹੋਣਗੇ। ਪਹਿਲੀ ਰੈਲੀ ਇਸ ਕਰਕੇ ਕਹੀ ਜਾ ਰਹੀ ਹੈ
ਕਿਉਂਕਿ ਇਸ ਰੈਲੀ ਨੂੰ ਕਰਵਾਉਣ ਵਾਲੇ ਪ੍ਰਬੰਧਕ UNO ਦੇ ਫੂਡ ਐਂਡ ਐਗਰੀਕਲਚਰ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਦੇ ਨਾਲ ਟੇਬਲ ਟਾਕ ਕਰਨਗੇ, ਜੋ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤਬਾਹ ਕਰਨ ਲਈ ਬਣਾਏ ਬਿੱਲਾਂ ਦੇ ਬਾਰੇ ਜਾਣਕਾਰੀ ਦੇਣਗੇ, ਜਿਹਦੇ ਵਿੱਚ ਯੂਰਪ ਭਰ ਤੋਂ ਬਹੁਤ ਹੀ ਸੂਝਵਾਨ ਤੇ ਪੜ੍ਹੇ ਲਿਖੇ ਨੌਜਵਾਨ ਸ਼ਾਮਿਲ ਹੋਣਗੇ ਇਸ ਟੇਬਲ ਟਾਕ ਦੇ ਵਿੱਚ। ਤੇ ਪ੍ਰਬੰਧਕ ਸੰਸਥਾ ਹੈਗੀ ਹੈ ਜਿਹੜੀ ਮੂਵਮੈਂਟ ਅਗੇਂਸਟ ਐਟਰੋਸਿਟੀਜ਼ ਐਂਡ ਰਿਪਰੈਸ਼ਨ ਦੇ ਵੱਲੋਂ ਇੱਕ ਪਟੀਸ਼ਨ ਸਾਈਨ ਕਰਨ ਦੇ ਲਈ ਜਾਰੀ ਕੀਤੀ ਗਈ ਹੈ ਤੇ ਸਭ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਜਿਹੜਾ ਲਿੰਕ ਹੈਗਾਗਾ ਉਹਦੇ ਤੇ ਜਾ ਕੇ ਦਸਤਖਤ ਕੀਤੇ ਜਾਣ ਤਾਂ ਜੋ ਭਾਰਤ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ। change.org ਦੇ ਉੱਤੇ ਇਹ ਪਟੀਸ਼ਨ ਹੈ ਜਿਹੜੀ ਉਹ ਪਾਈ ਗਈ ਹੈ, ਜਿਸ ਤੇ ਜਾ ਕੇ ਤੁਸੀਂ ਦਸਤਖਤ ਕਰ ਸਕਦੇ ਹੋ। ਸੋ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ 5 ਸਾਲ ਪੂਰੇ ਹੋਣ ਤੇ ਲੋਹੜੀ ਵਾਲੇ ਦਿਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਯੋਜਨਾ ਨੂੰ ਸਫਲ ਕਰਨ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਦਾ ਪੂਰਾ ਯੋਗਦਾਨ ਰਿਹਾ ਹੈ। ਦੇਸ਼ ਦੇ ਵਿੱਚ ਕਿਸਾਨਾਂ ਦੇ ਮਹੱਤਵ ਨੂੰ ਅਸੀਂ ਭਲੀ ਭਾਂਤ ਜਾਣਦੇ ਹਾਂ। ਦੇਸ਼ ਦੀ ਅੱਧੀ ਆਬਾਦੀ ਨੂੰ ਰੁਜ਼ਗਾਰ ਹੈ ਜਿਹੜਾ ਉਹ ਖੇਤੀਬਾੜੀ ਖੇਤਰ ਹੀ ਪ੍ਰਦਾਨ ਕਰਦਾ ਹੈ। ਕਰੋਨਾ ਮਹਾਮਾਰੀ ਦੌਰਾਨ ਵੀ ਖੇਤੀਬਾੜੀ ਸੈਕਟਰ ਨੇ ਅਹਿਮ ਭੂਮਿਕਾ ਨਿਭਾਈ ਸੀ, ਯਾਨੀ ਕਿ ਕਿਸਾਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ, ਪਰ ਕਿਸਾਨਾਂ ਦਾ ਨਾਂ ਖੇਤੀਬਾੜੀ ਮੰਤਰੀ ਨਹੀਂ ਲੈ ਰਹੇ ਸੀ। ਪਤਾ ਨਹੀਂ ਕਿਉਂ, ਉਹ ਸਿਰਫ ਖੇਤੀਬਾੜੀ ਖੇਤਰ ਦੀ ਗੱਲ ਕਰ ਰਹੇ ਸੀ। ਖੇਤੀਬਾੜੀ ਖੇਤਰ ਕਿਸੇ ਵੀ ਸਥਿਤੀ ਨੂੰ ਸੰਭਾਲਣ ਦੇ ਅਨੁਕੂਲ ਹੈ। ਪਾਣੀ ਦੀ ਬਚਤ ਹੋਵੇ, ਲਾਗਤ ਘੱਟ ਹੋਵੇ, ਕਿਸਾਨ ਮਹਿੰਗੀਆਂ ਫਸਲਾਂ ਵੱਲ ਆਕਰਸ਼ਿਤ ਹੋਣ, ਕਿਸਾਨਾਂ ਨੂੰ ਉਹਨਾਂ ਦਾ ਭਾਅ, ਫਸਲਾਂ ਦਾ ਭਾਅ ਵਾਜਬ ਰੂਪ 'ਚ ਮਿਲ ਸਕੇ, ਫਸਲਾਂ ਦੇ ਲਈ ਨਵੀਆਂ ਤਕਨੀਕਾਂ ਦੀ ਵਰਤੋਂ ਕਿਸਾਨ ਕਰ ਸਕਣ, ਇਸ ਲਈ ਭਾਰਤ ਸਰਕਾਰ ਸੂਬਿਆਂ ਦੇ ਨਾਲ ਮਿਲ ਕੇ ਸਫਲਤਾਪੂਰਵਕ ਕੰਮ ਕਰ ਰਹੀ ਹੈ। ਕੁੱਲ ਮਿਲਾ ਕੇ ਕਹਿ ਦਈਏ ਕਿ ਨਰਿੰਦਰ ਤੋਮਰ ਨੇ ਲੋਹੜੀ ਵਾਲੇ ਦਿਨ ਜੋ ਭਾਸ਼ਣ ਦਿੱਤਾ ਹੈ ਉਹਦੇ ਵਿੱਚ ਕਿਸਾਨਾਂ ਦੇ ਹੱਕ ਦੀ ਕੋਈ ਗੱਲ ਨਹੀਂ ਕੀਤੀ, ਸਿਰਫ ਕਾਨੂੰਨਾਂ ਦੇ ਹੱਕ ਦੀ ਗੱਲ ਕੀਤੀ। ਕਾਨੂੰਨਾਂ ਦੇ ਹੱਕ ਦੇ ਵਿੱਚ ਹੀ ਹਾਮੀ ਭਰਦੇ ਰਹੇ। ਕਿਹਾ ਕਿ ਕਿਸਾਨ ਦੀ ਦਿਸ਼ਾ ਤੇ ਦਸ਼ਾ ਬਦਲਣ ਵਾਲੀ ਹੈ। ਕਿਸਾਨਾਂ ਦੇ ਵਿਰੋਧ ਦੇ ਵਿੱਚ ਹੀ ਬੋਲਦੇ ਰਹੇ। ਕਿਸਾਨੀ ਦੇ ਖੇਤਰ ਵਿੱਚ ਸਰਕਾਰ ਜਿੰਨੀ ਵੀ ਮਦਦ ਕਰੇ, ਸਰਕਾਰ ਜਿੰਨੀਆਂ ਵੀ ਚੰਗੀਆਂ ਨੀਤੀਆਂ ਬਣਾਵੇ, ਸਭ ਕੁਝ ਚੰਗਾ ਕਰਨ ਦੇ ਬਾਵਜੂਦ ਵੀ ਜੇ ਪ੍ਰਕਿਰਤੀ ਨਾਰਾਜ਼ਗੀ ਵਿੱਚ ਹੈ ਤਾਂ ਨੁਕਸਾਨ ਕਿਸਾਨ ਦਾ ਹੀ ਹੁੰਦਾ ਹੈ। ਕਿਸਾਨ ਨੂੰ ਬਚਾਇਆ ਜਾਵੇ, ਇਸ ਲਈ ਫਸਲ ਬੀਮਾ ਯੋਜਨਾ ਦੀ ਕਲਪਨਾ ਕੀਤੀ ਗਈ ਸੀ। ਇਹ ਯੋਜਨਾ ਕਿਸਾਨਾਂ ਦੇ ਪ੍ਰਤੀਕੂਲ ਹੈ ਤੇ ਕਿਸਾਨਾਂ ਦੇ ਲਈ ਸੁਰੱਖਿਆ ਕਵਚ ਹੈ। ਹਾਲੇ ਤੱਕ ਇਸ ਯੋਜਨਾ ਦੇ ਵਿੱਚ 25 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੇ ਬੀਮਾ ਕਰਵਾ ਲਿਆ। ਪ੍ਰਤੀ ਸਾਲ 5 ਕਰੋੜ ਕਿਸਾਨ ਨਵੇਂ ਜੁੜ ਰਹੇ ਨੇ। ਬਹੁਤ ਵੱਡੀ ਗਿਣਤੀ ਹੁੰਦੀ ਹੈ। 25 ਕਰੋੜ ਨੇ ਕਰਵਾ ਲਿਆ, 5 ਕਰੋੜ ਨਵੇਂ ਜੁੜ ਰਹੇ ਨੇ। ਜਿਹੜੇ ਵੀ ਕਿਸਾਨ ਸਾਨੂੰ ਸੁਣ ਰਹੇ ਹੋਣ, ਸਾਡੀਆਂ ਖਬਰਾਂ ਸੁਣ ਰਹੇ ਹੋਣ, ਜ਼ਰੂਰ ਦੱਸਣ ਕਿ ਤੁਸੀਂ ਕਿਸਾਨ ਬੀਮਾ ਯੋਜਨਾ ਦੇ ਵਿੱਚ ਜਾਂ ਕਹਿ ਲਈਏ ਕਿ ਇਹ ਬੀਮਾ ਤੁਸੀਂ ਕਰਵਾਇਆ ਹੈ, ਜਿਹੜੀ ਭਾਰਤ ਸਰਕਾਰ ਨੇ ਯੋਜਨਾ ਸ਼ੁਰੂ ਕੀਤੀ ਹੈ, ਕੀ ਤੁਹਾਡਾ ਨਾਮ ਇਹਨਾਂ 25 ਕਰੋੜ ਦੇ ਵਿੱਚ ਹੈਗਾ ਆ ਜਾਂ ਕੀ ਤੁਸੀਂ ਇਸ ਯੋਜਨਾ ਦੇ ਬਾਰੇ ਜਾਣਦੇ ਹੋ? ਜਾਣਨਾ ਬਹੁਤ ਜ਼ਰੂਰੀ ਹੈ। ਸੁਨੇਹਾ ਭੇਜ ਕੇ ਜ਼ਰੂਰ ਦੱਸਿਓ। ਤੇ ਉਧਰ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਲੋਹੜੀ ਵਾਲੇ ਦਿਨ ਮੁਲਾਕਾਤ ਵੀ ਕੀਤੀ ਤੇ ਕਿਸਾਨ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਹਰਿਆਣਾ ਤੇ ਆਪਣੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ, ਜੋ ਸੂਤਰਾਂ ਦੇ ਮੁਤਾਬਿਕ ਜਾਣਕਾਰੀ ਮਿਲੀ ਹੈ। ਹਾਲਾਂਕਿ ਦੁਸ਼ਯੰਤ ਚੌਟਾਲਾ ਜਦੋਂ ਮੀਟਿੰਗ ਕਰਕੇ ਬਾਹਰ ਆਏ, ਮੁਲਾਕਾਤ ਤੋਂ ਬਾਅਦ ਬਾਹਰ ਆਏ ਤਾਂ ਮੀਡੀਆ ਦੇ ਨਾਲ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ, ਚੁੱਪਚਾਪ ਸਿੱਧਾ ਚੰਡੀਗੜ੍ਹ ਨੂੰ ਨਿਕਲ ਗਏ ਸੀ। ਤੇ ਇਸ ਤੋਂ ਪਹਿਲਾਂ 12 ਜਨਵਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਸੀ। 26 ਜਨਵਰੀ ਨੂੰ ਲੈ ਕੇ ਸੂਬੇ ਦੇ ਮਾਹੌਲ ਬਾਰੇ ਜਾਣਕਾਰੀ ਦਿੱਤੀ। 26 ਜਨਵਰੀ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਕਿਸ ਤਰ੍ਹਾਂ ਦੇ ਰਹਿਣਗੇ ਉਸ ਤੋਂ ਜਾਣੂ ਕਰਵਾਇਆ। ਖੱਟਰ ਨੇ ਕਿਹਾ ਕਿ ਗਣਤੰਤਰ ਦਿਹਾੜਾ ਕੌਮੀ ਤਿਉਹਾਰ ਹੈ ਤੇ ਇਸ ਨੂੰ ਪੂਰੇ ਅਮਨ ਅਮਾਨ ਸ਼ਾਂਤੀ ਨਾਲ ਮਨਾਉਣ ਦੀ ਸਾਡੀ ਪਹਿਲ ਰਹੇਗੀ। ਮੀਟਿੰਗ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਕਿਹਾ ਸੀ ਕਿ ਬਦਕਿਸਮਤੀ ਨਾਲ ਕਿਸਾਨ ਅੰਦੋਲਨ ਦਾ ਕੇਂਦਰ ਹਰਿਆਣਾ ਤੇ ਇਸ ਦੇ ਦਿੱਲੀ ਨਾਲ ਲੱਗਦੇ ਬਾਰਡਰ ਨੇ। ਹੁਣ ਮਾਮਲਾ ਸੁਪਰੀਮ ਕੋਰਟ ਨੇ ਆਪਣੇ ਹੱਥ ਵਿੱਚ ਲੈ ਲਿਆ ਤੇ ਕਮੇਟੀ ਬਣਾ ਦਿੱਤੀ ਹੈ ਤੇ ਹੁਣ ਸਾਡੇ ਕਿਸਾਨ ਭਰਾਵਾਂ ਨੂੰ ਆਪੋ ਆਪਣੇ ਘਰ ਮੁੜ ਜਾਣਾ ਚਾਹੀਦਾ ਹੈ। ਯਾਨੀ ਕਿ ਬਦਕਿਸਮਤੀ ਦੱਸ ਰਹੇ ਨੇ ਕਿ ਸਾਡੇ ਸੂਬੇ ਦੇ ਨਾਲ ਲੱਗਦੇ ਬਾਰਡਰਾਂ ਦੇ ਉੱਤੇ ਅਤੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਨੇ। ਖੇਤੀ ਕਾਨੂੰਨਾਂ ਤੇ 12 ਜਨਵਰੀ ਨੂੰ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ, ਜਿਸ ਦੇ ਵਿੱਚ ਕਾਨੂੰਨਾਂ ਨੂੰ ਲਾਗੂ ਕਰਨ ਦੇ ਅਮਲ ਦੇ ਉੱਤੇ ਰੋਕ ਲਾਈ ਗਈ। ਉਸ ਤੋਂ ਬਾਅਦ ਰਾਜ ਮੰਤਰੀ ਕੈਲਾਸ਼ ਚੌਧਰੀ ਫਿਰ ਬੋਲੇ ਨੇ। ਕੈਲਾਸ਼ ਚੌਧਰੀ ਉਹੀ ਹੈਗੇ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਜੇ ਸਰਕਾਰ ਦਬਾਅ ਦੇ ਵਿੱਚ ਆ ਕੇ ਖੇਤੀ ਕਾਨੂੰਨ ਰੱਦ ਕਰ ਦਿੰਦੀ ਹੈ ਤਾਂ ਕੱਲ ਨੂੰ ਹੋਰ ਲੋਕ ਉੱਠ ਖੜਨਗੇ। ਧਾਰਾ 370 ਵਾਲੇ ਲੋਕ ਉੱਠ ਖੜਨਗੇ, CAA ਵਾਲੇ ਲੋਕ ਉੱਠ ਖੜਨਗੇ। ਇਸ ਕਰਕੇ ਮਤਲਬ ਹੀ ਨਹੀਂ ਬਣਦਾ ਕਿ ਅਸੀਂ ਕਾਨੂੰਨ ਰੱਦ ਕਰ ਦਈਏ। ਉਹਨਾਂ ਨੇ ਕਿਹਾ ਕਿ ਫੈਸਲਾ ਸਾਡੀ ਇੱਛਾ ਦੇ ਵਿਰੁੱਧ ਹੈ, ਪਰ ਫਿਰ ਵੀ ਅਸੀਂ ਸਵਾਗਤ ਕਰਦੇ ਹਾਂ। ਕਿਸਾਨ ਜੇ ਖੁੱਲੇ ਮਨ ਨਾਲ ਚਰਚਾ ਕਰਨਗੇ ਤਾਂ ਹੱਲ ਜ਼ਰੂਰ ਨਿਕਲੇਗਾ। ਤੇ ਇਹ ਵੀ ਇਲਜ਼ਾਮ ਲਾਇਆ ਕਿ ਪਹਿਲਾਂ ਇਹੀ ਕਿਸਾਨ ਲੀਡਰ ਜਿਹੜੇ ਹੁਣ ਵਿਰੋਧ ਕਰ ਰਹੇ ਨੇ
ਇਹ ਪਹਿਲਾਂ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੇ ਰਹੇ ਨੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਦਾ ਵੀ ਨਾਮ ਲਿਆ ਕਿ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ ਤੇ ਕਿਹਾ ਸੀ ਕਿ ਖੇਤੀ ਕਾਨੂੰਨ ਸਹੀ ਨੇ, ਤੇ ਇਹ ਵੀ ਕਿਹਾ ਕੈਲਾਸ਼ ਚੌਧਰੀ ਨੇ ਕਿ 26 ਜਨਵਰੀ ਨੂੰ ਕਿਸਾਨ ਆਪਣਾ ਪ੍ਰੋਗਰਾਮ ਬਦਲ ਲੈਣ। ਪਰ ਕਿਸਾਨਾਂ ਨੇ ਵੀ ਮੁੜ ਤੋਂ ਦੁਹਰਾ ਦਿੱਤਾ ਹੈ ਕਿ 26 ਜਨਵਰੀ ਵਾਲੇ ਪ੍ਰੋਗਰਾਮ ਦੇ ਵਿੱਚ ਕੋਈ ਬਦਲਾਅ ਨਹੀਂ ਹੋਏਗਾ। 26 ਜਨਵਰੀ ਨੂੰ ਰਾਜਪਥ ਦੇ ਉੱਤੇ ਕਿਸਾਨ ਟਰੈਕਟਰ ਪਰੇਡ ਕੱਢਣਗੇ। ਤੇ ਹੁਣ ਗੱਲ ਕਰ ਲੈਂਦੇ ਹਾਂ ਕਮੇਟੀ ਜਿਹੜੀ ਬਣਾਈ ਹੈ ਸੁਪਰੀਮ ਕੋਰਟ ਨੇ, ਜਿਹਦੇ 4 ਮੈਂਬਰਾਂ ਦੇ ਉੱਤੇ ਲਗਾਤਾਰ ਸਵਾਲ ਉੱਠ ਰਹੇ ਨੇ। ਸਵਾਲ ਤਾਂ ਉੱਠ ਰਹੇ ਨੇ ਕਿਉਂਕਿ ਰਿਕਾਰਡ ਦੇ ਵਿੱਚ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਚੁੱਕੇ ਨੇ। ਤੇ ਇਸ ਕਮੇਟੀ ਦੇ ਵਿੱਚ ਸ਼ਾਮਿਲ ਇੱਕ ਮੈਂਬਰ ਨੇ ਜਿਹੜੇ ਮਹਾਰਾਸ਼ਟਰ ਦੇ ਪ੍ਰਮੁੱਖ ਕਿਸਾਨ ਜਥੇਬੰਦੀ ਸ਼ੇਤਕਾਰੀ ਜਥੇਬੰਦੀ ਦੇ ਮੁਖੀ ਨੇ ਅਨਿਲ ਘਨਵਤ। ਉਹ ਕਹਿੰਦੇ ਨੇ ਕਿ ਮੁਜ਼ਾਹਰਾਕਾਰੀ ਕਿਸਾਨਾਂ ਨੂੰ ਇਨਸਾਫ ਮਿਲੇਗਾ, ਦਾਅਵਾ ਕਰ ਰਹੇ ਨੇ। ਕਹਿੰਦੇ ਇਹ ਅੰਦੋਲਨ ਕਿਤੇ ਜਾ ਕੇ ਤਾਂ ਰੁਕਣਾ ਚਾਹੀਦਾ ਹੈ ਤੇ ਕਿਸਾਨਾਂ ਦੇ ਪੱਖ ਵਿੱਚ ਇੱਕ ਕਾਨੂੰਨ ਹੈ ਜਿਹੜਾ ਉਹ ਬਣਾਇਆ ਜਾਣਾ ਚਾਹੀਦਾ ਹੈ। ਪਹਿਲਾਂ ਅਸੀਂ ਕਿਸਾਨਾਂ ਨੂੰ ਸੁਣਾਂਗੇ, ਜੇ ਉਹਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੇ ਖੇਤੀ ਉਪਜ ਬਾਜ਼ਾਰ ਦੇ ਬਾਰੇ ਕੋਈ ਗਲਤਫਹਿਮੀ ਹੈ ਤਾਂ ਅਸੀਂ ਉਸ ਨੂੰ ਦੂਰ ਕਰਾਂਗੇ। ਉਹਨਾਂ ਨੂੰ ਭਰੋਸਾ ਦਿੱਤਾ ਜਾਣਾ ਜ਼ਰੂਰੀ ਹੈ ਤੇ ਕਿ ਜੋ ਵੀ ਹੋ ਰਿਹਾ ਉਹਨਾਂ ਦੇ ਹਿੱਤ ਵਿੱਚ ਹੋ ਰਿਹਾ ਹੈ। ਯਾਨੀ ਕਿ ਪਹਿਲਾਂ ਹੀ ਕਹਿ ਚੁੱਕੇ ਨੇ, ਹੁਣ ਫੇਰ ਕਹਿ ਰਹੇ ਨੇ ਕਮੇਟੀ ਮੈਂਬਰ ਕਿ ਇਹ ਉਹਨਾਂ ਦੇ ਹਿੱਤ ਵਿੱਚ ਹੋ ਰਿਹਾ। ਅਸੀਂ ਕਿਸਾਨਾਂ ਦੇ ਨਾਲ ਗੱਲ ਕਰਾਂਗੇ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਕਹਿੰਦੇ ਕਈ ਕਿਸਾਨ ਲੀਡਰ ਅਤੇ ਜਥੇਬੰਦੀਆਂ MSP ਦੀ ਇਜਾਰੇਦਾਰੀ ਤੋਂ ਆਜ਼ਾਦੀ ਚਾਹੁੰਦੀਆਂ ਨੇ। ਇਸ ਨੂੰ ਰੋਕਣ ਦੀ ਲੋੜ ਹੈ। ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ। ਪਿਛਲੇ 40 ਸਾਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ, ਜਿਹੜੇ ਕਿਸਾਨਾਂ ਨੂੰ MSP ਚਾਹੀਦੀ ਹੈ ਉਹਨਾਂ ਨੂੰ ਉਹ ਮਿਲੇ ਤੇ ਜਿਨ੍ਹਾਂ ਨੂੰ ਇਸ ਤੋਂ ਮੁਕਤੀ ਚਾਹੀਦੀ ਹੈ ਉਹਨਾਂ ਕੋਲ ਵੀ ਵਿਕਲਪ ਹੋਣਾ ਚਾਹੀਦਾ ਹੈ। ਕਹਿੰਦੇ ਨੇ ਕਿ ਮੈਂ ਖੇਤੀ ਅਰਥਸ਼ਾਸਤਰੀ ਹਾਂ, ਮੈਂ ਵੀ ਇਸ ਬਾਰੇ ਨਿਰਪੱਖ ਹਾਂ। ਮੈਂ ਕਦੇ ਕਿਸੇ ਸਿਆਸੀ ਪਾਰਟੀ ਨਾਲ ਕੰਮ ਨਹੀਂ ਕੀਤਾ, ਸਗੋਂ ਹਮੇਸ਼ਾ ਕਿਸਾਨਾਂ ਦੇ ਲਈ ਕੰਮ ਕੀਤਾ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਹਿੱਤ ਦੇਖਦੇ ਹੋਏ ਅਸੀਂ ਮਾਮਲੇ ਦਾ ਹੱਲ ਕੱਢੀਏ, ਨਾ ਕਿ ਸਿਰਫ ਮਹਾਰਾਸ਼ਟਰ ਜਾਂ ਪੰਜਾਬ ਦੇ ਕਿਸਾਨਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਮਸਲੇ ਦਾ ਹੱਲ ਕੱਢੀਏ। ਸੋ ਜੋ ਇਹਨਾਂ ਨੇ ਬਿਆਨ ਦਿੱਤਾ ਹੈ ਉਸ ਤੋਂ ਤੁਸੀਂ ਕੀ ਸਮਝ ਰਹੇ ਹੋ ਇਹ ਤੁਸੀਂ ਖੁਦ ਸੋਚ ਸਕਦੇ ਹੋ। ਤੇ ਇਸ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੰਗਰੂਰ ਤੋਂ MP ਭਗਵੰਤ ਮਾਨ ਨੇ ਕਿਹਾ ਕਿ ਕਾਨੂੰਨ ਨੂੰ ਰੱਦ ਕਰਨਾ ਹੀ ਕੇਵਲ ਹੱਲ ਹੈ, ਕਮੇਟੀ ਬਣਾਉਣਾ ਕੋਈ ਹੱਲ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਹਾ ਹੈ ਕਿ ਮੋਦੀ ਹਕੂਮਤ ਦੇ ਉਦੇਸ਼ਾਂ ਦੀ ਪੂਰਤੀ ਦਾ ਜ਼ਰੀਆ ਬਣੇਗੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ 4 ਮੈਂਬਰੀ ਕਮੇਟੀ। ਜੋਗਿੰਦਰ ਸਿੰਘ ਉਗਰਾਹਾਂ ਕਹਿੰਦੇ ਨੇ ਕਿ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਅਜਿਹੀ ਕਿਸੇ ਵੀ ਕਮੇਟੀ ਬਣਾਉਣ ਦੇ ਫੈਸਲੇ ਨਾਲ ਆਪਣੀ ਅਸਹਿਮਤੀ ਪ੍ਰਗਟਾ ਚੁੱਕੀਆਂ ਨੇ। ਅਸਹਿਮਤੀ ਦੇ ਬਾਵਜੂਦ ਸੁਪਰੀਮ ਕੋਰਟ ਵੱਲੋਂ ਜਿਹੜੀ ਕਮੇਟੀ ਗਠਿਤ ਕੀਤੀ ਗਈ ਆ ਉਸ ਵਿੱਚ ਸਰਕਾਰੀ ਨਜ਼ਰੀਏ ਵਾਲੇ ਮਾਹਿਰ ਹੀ ਸ਼ਾਮਲ ਕੀਤੇ ਗਏ ਨੇ, ਜਿਹੜੇ ਪਹਿਲਾਂ ਹੀ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਜਬ ਮੰਨਦੇ ਨੇ ਤੇ ਖੇਤੀ ਖੇਤਰ ਦੇ ਅੰਦਰ ਕਾਰਪੋਰੇਟਾਂ ਦੀ ਸ਼ਮੂਲੀਅਤ ਦੇ ਮੁੱਦਈ ਹੈਗੇ ਨੇ। ਤੇ ਉਹਨਾਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ? ਇਹ ਸਿਰਫ ਤੇ ਸਿਰਫ ਮੋਦੀ ਹਕੂਮਤ ਦੇ ਉਦੇਸ਼ਾਂ ਦੀ ਪੂਰਤੀ ਦਾ ਹੀ ਜ਼ਰੀਆ ਬਣੇਗੀ। ਕਿਸਾਨ ਐਂਥਮ ਲਿਖਣ ਵਾਲੇ ਗਾਇਕ ਸ਼੍ਰੀ ਬਰਾੜ ਨੂੰ ਪਟਿਆਲਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਪਟਿਆਲਾ ਦੀ ਅਦਾਲਤ ਨੇ 50,000 ਦੇ ਨਿੱਜੀ ਮੁਚਲਕੇ ਤੇ ਜ਼ਮਾਨਤ ਦਿੱਤੀ ਹੈ। ਇਹ ਕਿਸਾਨ ਐਂਥਮ ਦੇ ਲਈ ਨਹੀਂ ਬਲਕਿ ਉਸ ਤੋਂ ਪਹਿਲਾਂ ਕੋਈ ਭੜਕਾਊ ਗਾਣਾ ਗਾਉਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਸ਼੍ਰੀ ਬਰਾੜ ਦੀ, ਅਤੇ 13 ਜਨਵਰੀ ਦੀ ਸ਼ਾਮ ਤੱਕ ਸ਼੍ਰੀ ਬਰਾੜ ਦੀ ਰਿਹਾਈ ਵੀ ਹੋਣ ਦੀ ਖਬਰ ਹੈ। ਬਰਾੜ ਦੇ ਵੱਲੋਂ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਜਾਏਗਾ। ਇਹ ਅਦਾਲਤ ਨੇ ਸ਼ਰਤ ਰੱਖੀ ਹੈ। 50,000 ਦਾ ਨਿੱਜੀ ਮੁਚਲਕਾ ਪਾਸਪੋਰਟ ਜਮ੍ਹਾਂ ਕਰਵਾਉਣਾ ਪਏਗਾ, ਵਿਦੇਸ਼ ਵਿੱਚ ਨਹੀਂ ਜਾ ਸਕਦਾ, ਅਤੇ ਜੱਜ ਨੇ ਸ਼੍ਰੀ ਬਰਾੜ ਨੂੰ ਭਵਿੱਖ ਦੇ ਵਿੱਚ ਅਜਿਹੇ ਭੜਕਾਊ ਗੀਤ ਨਾ ਲਿਖਣ ਦੀ ਖਾਸ ਹਦਾਇਤ ਵੀ ਦਿੱਤੀ ਹੈ। ਸਿੰਘੂ ਬਾਰਡਰ ਦੀ ਸਟੇਜ ਤੋਂ ਹਰਿਆਣਾ ਦਾ ਜਿਹੜਾ ਨੌਜਵਾਨ ਜਿਹਨੇ ਜਲ ਤੋਪਾਂ ਦੇ ਮੂੰਹ ਮੋੜੇ ਸੀਗੇ, ਉਸ ਦੇ ਮਾਤਾ-ਪਿਤਾ ਦਾ ਵੀ ਸਨਮਾਨ ਕੀਤਾ ਗਿਆ ਅਤੇ ਮਾਤਾ-ਪਿਤਾ ਨੇ ਬੜੀ ਖੁਸ਼ੀ ਜ਼ਾਹਿਰ ਕੀਤੀ। ਇਸ ਮੌਕੇ ਸਟੇਜ ਤੋਂ ਜਦੋਂ ਸਨਮਾਨਿਤ ਕੀਤਾ ਤਾਂ ਉਹਨਾਂ ਨੇ ਲੋਕਾਂ ਨੂੰ 5-7 ਮਿੰਟ ਸੰਬੋਧਨ ਵੀ ਕੀਤਾ, ਧੰਨਵਾਦ ਵੀ ਕੀਤਾ ਕਿਸਾਨ ਲੀਡਰਾਂ ਦਾ, ਅਤੇ ਪੂਰਾ ਜਦੋਂ ਤੱਕ ਸੰਘਰਸ਼ ਮੁੱਕ ਨਹੀਂ ਜਾਂਦਾ, ਜਿੱਤਿਆ ਨਹੀਂ ਜਾਂਦਾ, ਉਦੋਂ ਤੱਕ ਸੰਘਰਸ਼ ਵਿੱਚ ਡਟੇ ਰਹਿਣ ਦਾ ਅਹਿਦ ਵੀ ਲਿਆ। ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੇਂਦਰ ਸਰਕਾਰ ਦੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਜੇ ਕਿਸਾਨਾਂ ਦੇ ਵਿੱਚ ਖਾਲਿਸਤਾਨੀ ਬੈਠੇ ਨੇ ਤਾਂ ਖਾਲਿਸਤਾਨੀਆਂ ਦੀ ਸੂਚੀ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਮੇਰਾ ਨਾਮ ਪਾ ਦਿਓ, ਕਿਉਂਕਿ ਮੈਂ ਵੀ ਖਾਲਿਸਤਾਨੀ ਹਾਂ। ਡਾਕਟਰ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ ਮਹਿਤਾ, ਜੇ ਤੂੰ ਕਹਿੰਦਾ ਹੈ ਕਿ ਕਿਸਾਨ ਅੰਦੋਲਨ ਵਿੱਚ ਖਾਲਿਸਤਾਨੀ ਸ਼ਾਮਿਲ ਹਨ ਤਾਂ ਸੁਣ ਲੈ, ਆਪਣੇ ਹੱਕਾਂ ਤੇ ਖੇਤੀ ਕਾਨੂੰਨਾਂ ਖਿਲਾਫ ਲੜਨ ਵਾਲੇ ਅਸੀਂ ਸਾਰੇ ਖਾਲਿਸਤਾਨੀ ਹਾਂ। ਆਪਣੀ ਖਾਲਿਸਤਾਨੀ ਲਿਸਟ ਵਿੱਚ ਸਭ ਤੋਂ ਪਹਿਲਾਂ ਲਿਖ ਧਰਮਵੀਰ ਗਾਂਧੀ ਦਾ ਨਾਮ। ਕਿਸਾਨੀ ਮੋਰਚੇ ਦੇ ਵਿੱਚ ਕਈ ਅਖਬਾਰ ਨਿਕਲੇ ਨੇ। ਸਭ ਤੋਂ ਪਹਿਲਾਂ ਟਰਾਲੀ ਟਾਈਮਸ, ਉਸ ਤੋਂ ਬਾਅਦ ਕਿਸਾਨ ਟਰਾਲੀ ਟਾਈਮਸ, ਉਸ ਤੋਂ ਬਾਅਦ ਮੋਰਚਾ ਨਿਕਲਿਆ। ਮੋਰਚਾ ਇੱਕ ਅਜਿਹਾ ਅੰਕ ਹੈ 32 ਪੰਨਿਆਂ ਦਾ, ਜਿਸ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੰਘਰਸ਼ ਦੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਪਹਿਲਾ ਅੰਕ ਹੈ ਜਿਹੜਾ ਉਹ ਸਾਲ ਦੇ ਪਹਿਲੇ ਦਿਨ ਯਾਨੀ ਕਿ 2021 ਜਦੋਂ ਚੜਿਆ 1 ਜਨਵਰੀ 2021 ਨੂੰ
ਮੋਰਚੇ ਦੇ ਪਹਿਲੇ ਅੰਕ ਨੂੰ ਜਾਰੀ ਕੀਤਾ ਗਿਆ ਸੀ। ਹਰਿਆਣਾ ਦੇ ਲੀਡਰ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ, ਹਰਿਆਣਾ ਦੇ ਵੱਡੇ ਕਿਸਾਨ ਲੀਡਰ ਨੇ ਤੇ ਇਸ ਮੋਰਚੇ ਦੇ ਸੰਪਾਦਕ ਦਲਜੀਤ ਸਿੰਘ ਸਰਾਂ ਹੈਗੇ ਨੇ। ਇਹ ਜਿਹੜਾ ਦੂਸਰਾ ਅੰਕ ਕੱਢਿਆ ਗਿਆ ਹੈ ਇਸ ਦੇ ਵੀ 32 ਪੇਜ ਹੈਗੇ ਨੇ ਤੇ ਇਸ ਦੇ ਵਿੱਚ ਵੀ ਮੋਰਚੇ ਦੇ ਜਿਹੜੇ ਕਹਿ ਲਈਏ ਕਿ 1 ਜਨਵਰੀ ਤੋਂ ਲੈ ਕੇ ਹੁਣ ਤੱਕ ਦੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਿਆ ਹੈ, ਕਿਸ ਤਰੀਕੇ ਦਾ ਇਹ ਅੰਦੋਲਨ ਚੱਲ ਰਿਹਾ ਹੈ, ਕੀ ਕੁਝ ਕਰਵਟਾਂ ਲੈ ਰਿਹਾ ਹੈ, ਉਹ ਸਾਰਾ ਤੁਸੀਂ ਮੋਰਚੇ ਦੇ ਅੰਕ ਦੇ ਵਿੱਚ ਪੜ੍ਹ ਸਕਦੇ ਹੋ। ਆਨਲਾਈਨ ਵੀ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਅੰਮ੍ਰਿਤਸਰ ਟਾਈਮਜ਼ ਇੱਕ ਵੈਬਸਾਈਟ ਹੈਗੀ ਹੈ ਜਿਹੜੀ, ਉਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਮੋਰਚਾ ਅੰਕ ਦਾ ਜਿਹੜਾ ਆਨਲਾਈਨ ਐਡੀਸ਼ਨ ਪੜ੍ਹ ਸਕਦੇ ਹੋ। ਸਭ ਤੋਂ ਪਹਿਲੀ ਲਾਈਨ ਲਿਖੀ ਹੋਈ ਹੈ, ਰਾਜਿਆ ਰਾਜ ਕਰੇਂਦਿਆਂ ਚੜਿਆ ਮਹੀਨਾ ਮਾਘ, ਤਖਤ ਤੇਰੇ ਨੇ ਡੋਲਣਾ, ਲੋਕ ਪਏ ਨੇ ਜਾਗ। ਸੋ ਦਲਜੀਤ ਸਿੰਘ ਸਰਾਂ ਜਿਹੜੇ ਸੰਪਾਦਕ ਹੈਗੇ ਨੇ ਉਹਨਾਂ ਨੇ ਵੀ ਸੰਪਾਦਕੀ ਜਿਹੜੀ ਲਿਖੀ ਹੈ ਉਹਦੇ ਵਿੱਚ ਹੁੰਗਾਰੇ ਦੇ ਲਈ ਧੰਨਵਾਦ ਵੀ ਕੀਤਾ ਹੈ। ਘਰਾਂ ਤੋਂ ਕੋਹਾਂ ਦੂਰ ਰੜੇ ਮੈਦਾਨ ਲੋਹੜੀ ਮਨਾ ਰਹੇ ਨੇ ਜਿਹੜੇ ਕਿਸਾਨ, ਉਹਨਾਂ ਦੇ ਬਾਰੇ ਲਿਖਿਆ ਕਿ ਸਿਆਲ ਦੀ ਕੜਕਦੀ ਠੰਡ, ਘਰਾਂ ਤੋਂ ਮੀਲਾਂ ਦੂਰ ਖੁੱਲੇ ਅਸਮਾਨ ਹੇਠ ਸੜਕਾਂ ਤੇ ਲੋਹੜੀ ਮਨਾਉਣ ਦਾ ਅਨੁਭਵ ਕਿਹੋ ਜਿਹਾ ਹੋ ਸਕਦਾ ਹੈ, ਇਸ ਬਾਰੇ ਸੋਚ ਕੇ ਰੂਹ ਨੂੰ ਕੰਬਣੀ ਛਿੜਦੀ ਹੈ, ਪਰ ਇਹ ਹੋ ਰਿਹਾ ਹੈ। ਬੰਗਲੌਰ ਦੇ ਵਿੱਚ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਸ਼ੁਰੂ ਹੋ ਚੁੱਕਿਆ। ਹਰ ਐਤਵਾਰ ਨੂੰ ਇੱਥੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। 10 ਜਨਵਰੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਮਾਰਚ ਕੱਢਿਆ ਗਿਆ, ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸਾਰੇ ਧਰਮਾਂ ਦੇ ਲੋਕ ਇਸ ਦੇ ਵਿੱਚ ਸ਼ਾਮਿਲ ਦਿਖ ਰਹੇ ਨੇ। ਇਸ ਮਾਰਚ ਦੇ ਵਿੱਚ ਕਰੋਨਾ ਨਿਯਮਾਂ ਦਾ ਵੀ ਪਾਲਣ ਕੀਤਾ ਗਿਆ। ਇਹਨਾਂ ਨਿਯਮਾਂ ਦੇ ਤਹਿਤ ਹੀ ਇਹ ਜਿਹੜਾ ਰੋਸ ਮੁਜ਼ਾਹਰਾ ਕੀਤਾ ਗਿਆ, ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਕਾਨੂੰਨ ਵਾਪਸ ਲਓ, ਕਾਨੂੰਨ ਵਾਪਸ ਲਓ, ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ, ਕਾਨੂੰਨ ਵਾਪਸ ਲਓ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਾਨੂੰਨ ਵਾਪਸ ਲਓ, ਵਾਪਸ ਲਓ, ਵਾਪਸ ਲਓ, ਵਾਪਸ ਲਓ, ਜਿੰਦਾਬਾਦ, ਜਿੰਦਾਬਾਦ, वापस लो, वापस लो, वापस लो, वापस लो, वापस लो। 2.5 ਕਿਲੋ ਦੇ ਹੱਥ ਵਾਲੇ ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਦੀ ਮਾਤਾ ਜੀ ਤੇ ਪੰਜਾਬ ਦੇ ਪੁੱਤ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਨੇ ਕਿਹਾ ਕਿ ਕਿਸਾਨਾਂ ਨੂੰ ਪਤਾ ਹੀ ਨਹੀਂ ਕਿ ਉਹ ਕੀ ਚਾਹੁੰਦੇ ਨੇ। ਕਿਸਾਨਾਂ ਨੂੰ ਕਠਪੁਤਲੀ ਦੱਸਿਆ ਹੈ। ਕਹਿੰਦੇ ਉਹ ਤਾਂ ਸਿਰਫ ਕਠਪੁਤਲੀ ਬਣੇ ਹੋਏ ਨੇ। ਸਨੀ ਦਿਓਲ ਵੀ ਕਾਨੂੰਨਾਂ ਦਾ ਪੂਰਾ ਸਮਰਥਨ ਕਰ ਚੁੱਕੇ ਨੇ। ਹਾਲਾਂਕਿ ਧਰਮਿੰਦਰ ਕਿਸਾਨਾਂ ਦੇ ਹੱਕ ਦੇ ਵਿੱਚ ਲਿਖਦੇ ਨੇ, 1-2 ਵਾਰੀ ਟਵੀਟ ਵੀ ਕੀਤਾ ਕਿ ਜਲਦੀ ਕਿਸਾਨਾਂ ਦੀ ਮੁਸ਼ਕਿਲ ਦਾ ਹੱਲ ਹੋਵੇ। ਤੇ ਹੇਮਾ ਮਾਲਿਨੀ ਕੁਝ ਹੋਰ ਹੀ ਕਹਿ ਰਹੇ ਨੇ। ਕਹਿੰਦੇ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ, ਉਹਨਾਂ ਨੂੰ ਟਾਵਰਾਂ ਦੀ ਭੰਨਤੋੜ ਕਰਦਿਆਂ ਵੇਖ ਕੇ ਮੈਨੂੰ ਚੰਗਾ ਨਹੀਂ ਲੱਗਿਆ। ਯਾਨੀ ਕਿ ਕਿਸਾਨਾਂ ਨੂੰ ਟਾਵਰਾਂ ਦੀ ਭੰਨਤੋੜ ਕਰਦਿਆਂ ਦੇਖ ਕੇ ਹੇਮਾ ਮਾਲਿਨੀ ਨੂੰ ਚੰਗਾ ਨਹੀਂ ਲੱਗਿਆ। ਸਰਕਾਰ ਨੇ ਬਾਰ-ਬਾਰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ, ਪਰ ਕਿਸਾਨਾਂ ਦੇ ਕੋਲ ਆਪਣਾ ਕੋਈ ਏਜੰਡਾ ਹੀ ਨਹੀਂ ਹੈ। ਕਿਸਾਨ ਸਿਰਫ ਕਠਪੁਤਲੀ ਬਣੇ ਹੋਏ ਨੇ। ਕਿਸ ਦੀ ਕਠਪੁਤਲੀ ਬਣੇ ਨੇ, ਕਿਸ ਨੂੰ ਹੇਮਾ ਮਾਲਿਨੀ ਕਹਿ ਰਹੇ ਨੇ, ਇਸ ਦੀ ਕੋਈ ਸਮਝ ਨਹੀਂ ਲੱਗ ਰਹੀ। ਪਰ ਕਿਸਾਨਾਂ ਦੀ ਬੇਇੱਜ਼ਤੀ ਭਰਿਆ ਬਿਆਨ ਹੈ ਜਿਹੜਾ ਉਹ ਦਿੱਤਾ ਹੇਮਾ ਮਾਲਿਨੀ ਨੇ। ਮੁੰਬਈ ਦੇ ਮਹਾਰਾਸ਼ਟਰ ਦੇ ਵਿੱਚ 12 ਜਨਵਰੀ ਨੂੰ ਭੁਪੇਸ਼ ਗੁਪਤਾ ਭਵਨ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ, ਟ੍ਰੇਡ ਯੂਨੀਅਨਾਂ, ਔਰਤਾਂ, ਨੌਜਵਾਨਾਂ ਤੇ ਵਿਦਿਆਰਥੀ ਜਥੇਬੰਦੀਆਂ ਨੇ ਸਾਂਝੀ ਬੈਠਕ ਕੀਤੀ ਅਤੇ ਇਸ ਸਾਂਝੀ ਬੈਠਕ ਦੇ ਵਿੱਚ ਕਈ ਪ੍ਰੋਗਰਾਮ ਨੇ ਜਿਹੜੇ ਉਲੀਕੇ ਗਏ। ਇਸ ਮੀਟਿੰਗ ਦੇ ਵਿੱਚ ਲੋਕ ਸੰਘਰਸ਼ ਮੋਰਚਾ ਕਿਸਾਨਾਂ ਦੀ ਜਥੇਬੰਦੀ ਹੈ, ਉਸ ਦੇ ਲੀਡਰ ਪ੍ਰਤਿਭਾ ਸ਼ਿੰਦੇ ਵੀ ਸ਼ਾਮਿਲ ਸਨ, ਪੀ ਸਾਈਨਾਥ ਵੀ ਸ਼ਾਮਿਲ ਸਨ ਤੇ ਹੋਰ ਵੀ ਕਈ ਜਿਹੜੇ ਕਿਸਾਨ, ਮਜ਼ਦੂਰ, ਵਿਦਿਆਰਥੀ ਜਥੇਬੰਦੀਆਂ ਦੇ ਲੀਡਰ ਸ਼ਾਮਿਲ ਸਨ। ਤੇ ਇਹਨਾਂ ਨੇ 23 ਤੋਂ 26 ਜਨਵਰੀ ਤੱਕ ਮੁੰਬਈ ਦੇ ਵਿੱਚ ਸੂਬਾ ਪੱਧਰੀ ਮਹਾਪਾਂਡਵ ਪ੍ਰੋਗਰਾਮ ਉਲੀਕਿਆ ਹੈ, ਜਿਹਦੇ ਲਈ ਇੱਕ ਕਮੇਟੀ ਬਣਾਈ ਹੈ। ਇਸ ਵਿੱਚ ਹਰੇਕ ਜਥੇਬੰਦੀ ਦੇ ਮੈਂਬਰ ਸ਼ਾਮਿਲ ਨੇ। 15 ਜਨਵਰੀ ਨੂੰ ਖੇਤੀ ਕਾਨੂੰਨਾਂ ਤੇ ਲੇਬਰ ਕੋਡਾਂ ਨੂੰ ਸਾੜਿਆ ਜਾਏਗਾ। ਲੇਬਰ ਕੋਡ ਜਿਹੜੇ ਬਣਾਏ ਨੇ, ਲੇਬਰ ਲਾਅ ਬਣਾਇਆ, ਉਹਨਾਂ ਨੂੰ ਸਾੜਿਆ ਜਾਏਗਾ। 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਇਆ ਜਾਏਗਾ
23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮਨਾਈ ਜਾਏਗੀ। ਕਿਸਾਨ ਆਪਣੇ ਆਪਣੇ ਜ਼ਿਲ੍ਹਿਆਂ ਤੋਂ ਆਪਣੇ ਵਾਹਨਾਂ ਤੇ ਰਵਾਨਾ ਹੋਣਗੇ ਤੇ ਵਿਸ਼ਾਲ ਮਹਾਪਾਂਡਵ ਦੇ ਲਈ ਮੁੰਬਈ ਜਾਣਗੇ। 24 ਤੋਂ 26 ਜਨਵਰੀ ਆਜ਼ਾਦ ਮੈਦਾਨ ਦੇ ਵਿੱਚ ਮਹਾਪਾਂਡਵ ਦੇ ਰੂਪ ਦੇ ਵਿੱਚ ਕਿਸਾਨ ਬੈਠਣਗੇ। 50,000 ਕਿਸਾਨਾਂ ਅਤੇ ਮਜ਼ਦੂਰਾਂ ਦੇ ਮੁੰਬਈ ਪਹੁੰਚਣ ਦੀ ਉਮੀਦ ਜਤਾਈ ਗਈ ਹੈ। 26 ਜਨਵਰੀ ਨੂੰ ਰਾਜ ਭਵਨ ਮਾਲਾਬਾਰ ਹਿੱਲ ਦੇ ਵਿੱਚ ਗਵਰਨਰ ਹਾਊਸ ਤੱਕ ਰੈਲੀ ਕੱਢੀ ਜਾਏਗੀ। ਲੋਹੜੀ ਵਾਲੇ ਦਿਨ ਇੱਕ ਹੋਰ ਉਦਾਸ ਕਰਨ ਵਾਲੀ ਖਬਰ ਆਈ ਹੈ। ਪਠਾਨਕੋਟ ਦੇ ਪਿੰਡ ਲਦਪਾਲਵਾ ਦੇ ਨੇੜੇ ਅੰਮ੍ਰਿਤਸਰ ਪਠਾਨਕੋਟ ਹਾਈਵੇ ਦੇ ਟੋਲ ਪਲਾਜ਼ਾ ਤੇ ਲਗਾਤਾਰ ਜਿਹੜਾ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ, ਉਹਦੇ ਵਿੱਚ ਸ਼ਾਮਿਲ ਕਿਸਾਨ ਸੁੱਚਾ ਸਿੰਘ ਨੇ ਵੀ ਆਪਣੀ ਜਾਨ ਲੈ ਲਈ ਹੈ। ਖੁਦਕੁਸ਼ੀ ਕਰਕੇ ਜਾਨ ਗਵਾ ਦਿੱਤੀ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਇਸ ਕਿਸਾਨ ਦੇ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਜਾਨ ਦਿੱਤੀ ਗਈ ਹੈ। ਸੁੱਚਾ ਸਿੰਘ ਨੂੰ ਪਠਾਨਕੋਟ ਦੇ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ, ਪਰ ਉਹਨਾਂ ਦੀ ਜਾਨ ਬਚਾਈ ਨਹੀਂ ਜਾ ਸਕੀ। 60 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਹਰ ਇੱਕ ਨੂੰ ਕਰੋਨਾ ਦੇ ਫ੍ਰੀ ਟੀਕੇ ਲਾਏ ਜਾਣਗੇ। ਉਹਨਾਂ ਨੇ ਕਿਹਾ ਕਿ ਨਾ ਸਿਰਫ ਕਾਮਿਆਂ ਲਈ ਸਗੋਂ ਆਮ ਲੋਕਾਂ ਲਈ ਵੀ ਵੈਕਸੀਨ ਹੈ ਜਿਹੜੀ ਉਹ ਮੁਫਤ ਹੋਏਗੀ। ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਲਾਇਆ ਕਿ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਸੂਬਿਆਂ ਦੇ ਲੋਕਾਂ ਨੂੰ ਵੈਕਸੀਨ ਮੁਫਤ ਲਾਈ ਜਾਏ, ਪਰ ਉਹਨਾਂ ਦੇ ਬਿਆਨ ਲਗਾਤਾਰ ਬਦਲ ਰਹੇ ਨੇ। 16 ਜਨਵਰੀ ਨੂੰ 110 ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਹੈਲਥ ਕੇਅਰ ਵਰਕਰਾਂ ਦੇ ਟੀਕਾਕਰਨ ਦੀ ਪੂਰੀ ਤਿਆਰੀ ਕਹਿੰਦੇ ਅਸੀਂ ਕਰ ਲਈ ਹੈ। ਟੀਕੇ ਦੀਆਂ 20,450 ਸ਼ੀਸ਼ੀਆਂ ਸਾਨੂੰ ਹਾਸਲ ਹੋਈਆਂ ਨੇ। ਹਰ ਸ਼ੀਸ਼ੀ ਦੇ ਵਿੱਚ ਟੀਕੇ ਦੀਆਂ 10 ਖੁਰਾਕਾਂ ਨੇ, ਯਾਨੀ ਕਿ ਇੱਕ ਸ਼ੀਸ਼ੀ ਵਿੱਚ 10 ਟੀਕੇ ਨੇ ਤੇ 28 ਦਿਨਾਂ ਦੇ ਫਰਕ ਦੇ ਨਾਲ ਇੱਕ ਵਿਅਕਤੀ ਨੂੰ 2 ਖੁਰਾਕਾਂ ਨੇ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਸਿਹਤ ਮੰਤਰੀ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਕਰੋਨਾ ਦੇ ਟੀਕੇ ਲਾਉਣ ਦੇ ਲਈ ਹਰੇਕ ਜ਼ਿਲ੍ਹੇ ਦੇ ਵਿੱਚ 5 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਹਰੇਕ ਥਾਂ ਤੇ 100 ਜਣਿਆਂ ਨੂੰ ਟੀਕਾ ਜਿਹੜਾ ਉਹ ਲਾਇਆ ਜਾਏਗਾ। 10ਵੀਂ ਤੇ 12ਵੀਂ ਦੇ ਪੇਪਰਾਂ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਦੇ ਪੱਕੇ ਪੇਪਰਾਂ ਦੀ ਡੇਟ ਸ਼ੀਟ ਵੀ ਐਲਾਨ ਦਿੱਤੀ ਹੈ। 5ਵੀਂ ਕਲਾਸ ਦੀਆਂ ਜਿਹੜੀਆਂ ਪ੍ਰੀਖਿਆਵਾਂ ਨੇ 16 ਮਾਰਚ ਤੋਂ 23 ਮਾਰਚ ਵਿੱਚ ਹੋਣਗੀਆਂ ਤੇ ਇਮਤਿਹਾਨ ਸਵੇਰੇ 9 ਵਜੇ ਤੋਂ ਦੁਪਹਿਰ 12:15 ਵਜੇ ਤੱਕ ਹੋਏਗਾ। 8ਵੀਂ ਦੇ ਪੇਪਰ 22 ਮਾਰਚ ਤੋਂ 7 ਅਪ੍ਰੈਲ ਤੱਕ ਚੱਲਣਗੇ ਤੇ ਜਾਣਕਾਰੀ ਦੇ ਮੁਤਾਬਿਕ 8ਵੀਂ ਦੇ ਵਿੱਚ ਇਸ ਵਾਰ 6,24,786 ਵਿਦਿਆਰਥੀ ਬੈਠਣਗੇ। 5ਵੀਂ ਤੇ 8ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਪੜ੍ਹਦੇ ਵਿਦਿਆਰਥੀ ਨੇ ਜਿਹੜੇ ਉਹ ਬੋਰਡ ਦੀ ਵੈਬਸਾਈਟ ਤੋਂ ਆਪਣੀ ਡੇਟ ਸ਼ੀਟ ਹਾਸਲ ਕਰ ਸਕਦੇ ਨੇ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੀ 10ਵੀਂ ਤੇ 12ਵੀਂ ਦੀਆਂ ਜਮਾਤਾਂ ਦੇ ਲਈ 18 ਜਨਵਰੀ ਤੋਂ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਬੱਚਿਆਂ ਦੇ ਸਕੂਲ ਆਉਣ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੋਵੇਗੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਅਤੇ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ। ਅਫਵਾਹਾਂ ਵਾਲੀਆਂ ਖਬਰਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।